ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਲੋਕਰਾਣ ਚੈਨਲ ਪੰਜਾਬੀ ਖਬਰਾਂ ਟੌਪ ਦੀਆਂ ਦੇ ਵਿੱਚ ਮੇਰੇ ਨਾਲ ਸਿਆਸੀ ਮਾਹਰ ਡਾਕਟਰ ਭੀਵਿੰਦਰ ਸਿੰਘ ਮੌਜੂਦ ਨੇ। ਵੱਡੀਆਂ ਖਬਰਾਂ ਤੇ ਚਰਚਾ ਕਰਾਂਗੇ। ਦਲਿਤਾਂ ਦਾ ਮਸਲਾ ਇੱਕ ਵਾਰ ਫੇਰ ਪੰਜਾਬ ਦੀ ਸਿਆਸਤ ਦੇ ਵਿੱਚ ਉੱਭਰ ਕੇ ਸਾਹਮਣੇ ਆ ਰਿਹਾ ਹੈ। ਇੱਕ ਪਾਸੇ ਸਿੱਧੂ ਸਾਹਿਬ ਦਲਿਤ ਲੀਡਰਾਂ ਦੇ ਨਾਲ, ਵਿਧਾਇਕਾਂ ਦੇ ਨਾਲ ਗੱਲਬਾਤ ਕਰ ਰਹੇ ਨੇ, ਤਾਂ ਦੂਜੇ ਪਾਸੇ ਕੈਪਟਨ ਸਾਹਿਬ ਨੇ ਵੀ ਆਪਣਾ ਪੱਤਾ ਖੇਡ ਦਿੱਤਾ। ਉਹ ਪਤਾ ਕੀ ਹੈ ਕਿ ਦਲਿਤਾਂ ਨੂੰ ਲੈ ਕੇ ਇੱਕ ਬਿੱਲ ਲਿਆਂਦਾ ਜਾਣਾ ਕੈਬਨਿਟ ਦੇ ਵਿੱਚ, ਫਿਰ ਉਹਨੂੰ ਮਨਜ਼ੂਰੀ ਦੇ ਕੇ ਕਾਨੂੰਨ ਬਣਾਉਣ ਦੀਆਂ ਚਾਰਾਜੋਈ ਜਿਹੜੀ ਉਧਰਲੇ ਪਾਸੇ ਵੱਲ ਨੂੰ ਤੁਰਨਾ। ਇਹਦੇ ਵਿਚਾਲੇ ਰਾਜਕੁਮਾਰ ਵੇਰਕਾ ਹੋਣੀ ਕਹਿੰਦੇ ਨੇ ਕਿ 3 ਦਲਿਤ ਐਮਐਲਏ ਜਿਹੜੇ ਨੇ ਉਹ ਪਹਿਲਾਂ ਕੈਬਨਿਟ ਮੰਤਰੀ ਨੇ ਤੇ 3 ਹੋਰ ਜਿਹੜੇ ਉਹ ਸ਼ਾਮਲ ਹੋ ਜਾਣੇ ਚਾਹੀਦੇ ਨੇ, ਕਰੀਬ 6 ਹੋਣੇ ਚਾਹੀਦੇ ਨੇ। ਮਤਲਬ ਕਿ ਇਸ ਉੱਤੇ ਸਿਆਸਤ, ਇਹਦੇ ਵਿੱਚ ਦਲਿਤਾਂ ਦਾ ਭਲਾ ਕਿੱਥੇ ਹੈ, ਦਲਿਤਾਂ ਨੂੰ ਫਾਇਦਾ ਕਿੱਥੇ ਹੋਣਾ, ਕੀ ਉਹ ਬਿੱਲ ਆਉਣ ਦੇ ਨਾਲ ਦਲਿਤ ਭਾਈਚਾਰੇ ਤੱਕ ਉਹ ਸਕੀਮਾਂ ਜਿਹੜੀਆਂ ਸਰਕਾਰ ਕਹਿੰਦੀ ਆ ਉਹਨੂੰ ਅਮਲੀ ਜਾਮਾ ਬਣਾਇਆ ਜਾਏਗਾ। ਸਵਾਲ ਇਸ ਕਰਕੇ ਉੱਠਦੇ ਨੇ ਕਿ ਜਿਹੜੇ ਵਾਅਦੇ, ਜਿਹੜੇ ਲਾਰੇ ਹੁਣ ਤੱਕ ਬਣ ਚੁੱਕੇ ਨੇ, ਉਹ ਵਾਅਦੇ ਜਿਹੜੇ 2017 ਚ ਕੀਤੇ ਸੀ, ਉਹ ਲੋਕ ਪਹਿਲਾਂ ਹੀ ਉਡੀਕਦੇ ਨੇ ਕਿ ਸਾਡੇ ਲਈ ਕੀ ਕੀਤਾ। ਹੁਣ ਦਲਿਤ ਭਾਈਚਾਰੇ ਦੇ ਉੱਤੇ ਜਦੋਂ ਬੀਜੇਪੀ ਨੇ ਇਹ ਗੱਲ ਕਹੀ ਕਿ ਦਲਿਤਾਂ ਦੇ ਨਾਲ ਧੱਕਾ ਹੁੰਦਾ, ਅਸੀਂ ਦਲਿਤਾਂ ਦਾ ਪੰਜਾਬ ਦੇ ਵਿੱਚ ਜਿਹੜਾ ਉਹ ਚਿਹਰਾ ਲੈ ਕੇ ਅੱਗੇ ਚੱਲਾਂਗੇ। ਆਮ ਆਦਮੀ ਪਾਰਟੀ ਆਪਣੇ ਤਰਕ ਦਿੰਦੀ ਹੈ, ਕਾਂਗਰਸ ਆਪਣੀ ਥਾਂ ਤੇ ਆ ਗਈ, ਅਕਾਲੀ ਦਲ ਵਾਲੇ ਕਹਿੰਦੇ ਅਸੀਂ ਤੇ ਉਪ ਮੁੱਖ ਮੰਤਰੀ 2 ਬਣਾ ਦੇਣੇ ਨੇ, ਇੱਕ ਦਲਿਤਾਂ ਦਾ, ਇੱਕ ਹਿੰਦੂਆਂ ਦਾ। ਮਤਲਬ ਸਿੱਧਾ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਵੋਟਾਂ ਦੀ ਸਿਆਸਤ ਹੈ। ਗੱਲਬਾਤ ਕਰਾਂਗੇ ਥੋੜਾ ਇਸ ਉੱਤੇ ਡੂੰਘਾਈ ਦੇ ਨਾਲ ਚਰਚਾ ਹੋਣੀ ਲਾਜ਼ਮੀ ਹੈ। ਦੂਜਾ, ਇੱਕ ਕਾਂਗਰਸੀ ਵਰਕਰ ਨੇ ਖੁਦਕੁਸ਼ੀ ਕੀਤੀ, ਸੀਨੀਅਰ ਕਾਂਗਰਸੀ ਵਰਕਰ ਰਹੇ, ਲੁਧਿਆਣਾ ਦੇ ਨੇੜੇ ਦਾਖਾ ਦੇ ਕੋਲ। ਉਹਨਾਂ ਦੀ ਖੁਦਕੁਸ਼ੀ ਤੋਂ ਬਾਅਦ ਉਹਨਾਂ ਨੇ ਨਵਜੋਤ ਸਿੱਧੂ ਨੂੰ ਜਿਹੜਾ ਉਸ ਆਪਣੇ ਵੀਡੀਓ ਮੈਸੇਜ ਦੇ ਵਿੱਚ ਸੁਨੇਹਾ ਦਿੱਤਾ ਕਿ ਤੁਸੀਂ ਇਨਸਾਫ ਦਿਵਾਇਓ। ਪਰ ਸਵਾਲ ਇਹ ਉੱਠਦਾ ਹੈ ਕਿ ਇਕੱਲਾ ਉਹ ਕਾਂਗਰਸੀ ਵਰਕਰ ਨਹੀਂ, ਉਸਦੇ ਜਾਣ ਨਾਲ ਇੱਕ ਜਿਹੜਾ ਨੈਕਸਸ ਆ ਪੁਲਿਸ ਦਾ ਜਾਂ ਸਿਆਸਤ ਦਾ ਜਾਂ ਉਹਨਾਂ ਲੋਕਾਂ ਦਾ ਜਿਹੜੇ ਕੁਝ ਰੁਤਬਾ ਰੱਖਦੇ ਨੇ, ਲੋਕਾਂ ਦੀ ਆਵਾਜ਼ ਦੱਬ ਦਿੰਦੇ ਨੇ, ਲੋਕਾਂ ਨੂੰ ਇਨਸਾਫ ਨਹੀਂ ਉਹਨਾਂ ਨਾਲ ਹੋਣ ਦਿੰਦੇ, ਪਰਚੇ ਦੇ ਪਰਚੇ ਹੋ ਜਾਂਦੇ ਨੇ। ਇਹ ਕੁਝ ਪੰਜਾਬ ਵਿੱਚ ਚੱਲ ਰਿਹਾ। ਇਕੱਲਾ ਵਰਕਰ ਨਹੀਂ, ਪੰਜਾਬੀਆਂ ਦੀ ਜੇ ਗੱਲ ਕਰੀ ਜਾਏ, ਪੂਰੇ ਸੀਨ ਦੇ ਵਿੱਚ ਲਿਆ ਜਾਵੇ ਤਾਂ ਪੰਜਾਬ ਦੇ ਵਿੱਚ ਇਹ ਕੁਝ ਹੋ ਰਿਹਾ। ਸਾਰੇ ਪੰਜਾਬੀਆਂ ਦੀ ਫਿਕਰ ਕਰਨ ਦੀ ਲੋੜ ਹੈ। ਇਹ ਸਾਰੇ ਭ੍ਰਿਸ਼ਟ ਸਿਸਟਮ ਨੂੰ ਸੁਧਾਰਨ ਦੀ ਜ਼ਰੂਰਤ ਹੈ। ਅਗਲੀ ਖਬਰ ਜਿਹੜੀ ਹੈ ਉਹ ਅਸੀਂ ਕਿਸਾਨਾਂ ਦੇ ਨਾਲ ਜੁੜੀ ਹੋਈ ਹੈ ਕਿ ਦਿੱਲੀ ਦੇ ਵਿੱਚ ਪੁਲਿਸ ਕਮਿਸ਼ਨਰ ਰਾਕੇਸ਼ ਅਸਥਾਨਾ ਨੂੰ ਨਿਯੁਕਤ ਕੀਤਾ ਗਿਆ। ਕਹਿੰਦੇ ਮੋਦੀ ਤੇ ਸ਼ਾਹ ਸਾਹਿਬ ਦੇ ਉਹ ਕਰੀਬੀ ਨੇ ਤੇ 3 ਕੁ ਦਿਨ ਦੇ ਵਿੱਚ ਉਹਨਾਂ ਦੀ ਰਿਟਾਇਰਮੈਂਟ ਹੋਣੀ ਸੀ ਤੇ 1 ਸਾਲ ਦੀ ਉਹਨਾਂ ਨੂੰ ਹੋਰ ਅੱਗੇ ਦੇ ਕੇ ਤੇ ਦਿੱਲੀ 'ਚ ਪੁਲਿਸ ਕਮਿਸ਼ਨਰ ਲਾ ਦਿੱਤਾ ਗਿਆ। ਅੱਗੋਂ 15 ਅਗਸਤ ਹੋਣੀ ਹੈ, ਇਸ ਕਰਕੇ ਸਵਾਲ ਉੱਠਣੇ ਲਾਜ਼ਮੀ ਨੇ ਕਿ ਕਿਸਾਨੀ ਅੰਦੋਲਨ ਦੇ ਉੱਤੇ ਕਿਤੇ ਸਰਕਾਰ ਜਿਹੜੀ ਹੈ ਉਹ ਆਪਣਾ ਪੈਂਤੜਾ ਕੁਝ ਬਦਲਣ ਤਾਂ ਨਹੀਂ ਜਾ ਰਹੀ। ਇਸ ਉੱਤੇ ਵੀ ਗੱਲਬਾਤ ਕਰਾਂਗੇ। ਸਵਾਗਤ ਹੈ ਤੁਹਾਡਾ ਡਾਕਟਰ ਸਾਹਿਬ ਲੋਕਰਾਣ ਚੈਨਲ ਪੰਜਾਬੀ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਸੁਖਵਿੰਦਰ ਜੀ। ਸ਼ੁਕਰੀਆ। ਡਾਕਟਰ ਸਾਹਿਬ ਕਿੱਦਾਂ ਦੇਖਦੇ ਹੋ ਕੈਪਟਨ ਸਾਹਿਬ ਤੇ ਨਵਜੋਤ ਸਿੱਧੂ ਦਾ ਜਿਹੜਾ ਹੁਣ ਦਲਿਤ ਕਾਰਡ ਨਵੇਂ ਤਰੀਕੇ ਦੇ ਨਾਲ ਪੇਸ਼ ਕੀਤਾ ਜਾ ਰਿਹਾ? ਸੁਖਵਿੰਦਰ ਜੀ ਦੇਖੋ, ਆਪਾਂ ਜਦੋਂ ਦਲਿਤ ਦੀ ਗੱਲ ਆਉਂਦੀ ਹੈ ਪੰਜਾਬ ਦੇ ਵਿੱਚ ਤਾਂ ਆਜ਼ਾਦੀ ਤੋਂ ਬਾਅਦ ਹੀ, ਖਾਸ ਤੌਰ ਤੇ 47 ਤੋਂ ਬਾਅਦ ਪੰਜਾਬ ਦੇ ਵਿੱਚ ਜਿਹੜਾ ਦਲਿਤ ਪੱਤਾ ਹੈ ਉਦੋਂ ਤੋਂ ਹੀ ਖੇਡਿਆ ਜਾ ਰਿਹਾ। ਚਾਹੇ ਕੋਈ ਵੀ, ਜਿਹੜੀ ਵੀ ਸਰਕਾਰ ਸੱਤਾ 'ਚ ਆਈ ਹੈ, ਉਸਨੇ ਦਲਿਤਾਂ ਨੂੰ ਭਰਮਾਉਣ ਦੀ ਜਾਂ ਉਹਨਾਂ ਨੂੰ ਸਹੂਲਤਾਂ ਦੇਣ ਦੀ ਜਿਹੜੀ ਗੱਲ ਕੀਤੀ ਹੈ। ਔਰ ਹੌਲੀ ਹੌਲੀ ਵੱਧਦੀ ਜਿਹੜੀ ਹੈਗਾ ਆਪਾਂ ਦੇਖ ਰਹੇ ਹਾਂ ਅੱਜ ਕਿ ਉਹ ਮੁੱਖ ਮੰਤਰੀ ਤੇ ਵੀ ਆਟ ਕੀ ਹੈ ਕਿ ਅਸੀਂ, ਕੋਈ ਪਾਰਟੀ ਬੀਜੇਪੀ ਕਹਿ ਰਹੀ ਹੈ ਕਿ ਅਸੀਂ ਮੁੱਖ ਮੰਤਰੀ ਬਣਾ ਦਾਂਗੇ ਦਲਿਤਾਂ ਨੂੰ, ਔਰ ਅਕਾਲੀ ਦਲ ਨੇ ਤਾਂ ਬਸਪਾ ਦੇ ਨਾਲ ਸਮਝੌਤਾ ਹੀ ਕਰ ਲਿਆ ਔਰ ਲਗਾਤਾਰ ਜਿਵੇਂ ਤੁਸੀਂ ਕਹਿ ਰਹੇ ਹੋ ਉਹ ਵੀ ਇਹ ਗੱਲ ਕਹਿ ਰਹੀ ਹੈ ਕਿ ਅਸੀਂ ਇਹਨਾਂ ਦੇ ਵਿੱਚੋਂ ਮੁੱਖ ਮੰਤਰੀ ਉਪ ਮੁੱਖ ਮੰਤਰੀ ਬਣਾ ਦਿਆਂਗੇ। ਸੋ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਹੈ ਕਰ ਰਹੀ ਹੈ ਦਲਿਤਾਂ ਦੇ ਉੱਤੇ ਸਿਆਸਤ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਇਹ ਸਿਆਸਤ ਕੋਈ ਅੱਜ ਦੀ ਨਵੀਂ ਸਿਆਸਤ ਨਹੀਂ ਹੋ ਰਹੀ ਦਲਿਤਾਂ ਦੇ ਉੱਤੇ। ਇਹ ਆਜ਼ਾਦੀ ਤੋਂ ਬਾਅਦ, ਸਗੋਂ ਆਜ਼ਾਦੀ ਤੋਂ ਪਹਿਲਾਂ ਵੀ ਜਦੋਂ ਅਸੀਂ ਸਿਆਸਤ ਨੂੰ ਦੇਖਦੇ ਹਾਂ ਤਾਂ ਉਦੋਂ ਤੋਂ ਲੈ ਕੇ ਅੱਜ ਤੱਕ ਲਗਾਤਾਰ ਹੀ ਹੁੰਦੀ ਆਈ ਹੈ। ਸੋ ਪਰ ਆਪਾਂ ਦੇਖ ਰਹੇ ਹਾਂ ਕਿ ਪੰਜਾਬ ਦਾ ਜਿਹੜਾ ਦਲਿਤ ਹੈ ਉਹਦੀ ਗਿਣਤੀ ਇਸ ਵੇਲੇ ਮੈਨੂੰ ਲੱਗਦਾ ਕਿ ਪੂਰੇ ਹਿੰਦੁਸਤਾਨ ਦੇ ਵਿੱਚ ਸਭ ਤੋਂ ਜ਼ਿਆਦਾ ਹੈ। ਲਗਭਗ 35%, 35 ਤੋਂ ਲੈ ਕੇ 40% SC BC ਦੀ ਜਿਹੜੀ ਪਾਪੂਲੇਸ਼ਨ ਹੈ ਪੰਜਾਬ ਦੇ ਵਿੱਚ ਉਹ ਮੰਨੀ ਜਾਂਦੀ ਹੈ, ਜਦੋਂ ਕਿ ਜਿਹੜਾ ਬਾਕੀ ਹਿੰਦੁਸਤਾਨ ਹੈ, ਬਾਕੀ ਭਾਰਤ ਹੈ, ਉਹਦੇ ਵਿੱਚ ਲਗਭਗ 15 ਤੋਂ ਲੈ ਕੇ 16-17 ਦੇ ਤੱਕ ਜਿਹੜੀ ਹੈਗੀ ਹੈ ਪ੍ਰਤੀਸ਼ਤ ਉਹ ਮੰਨੀ ਜਾਂਦੀ ਹੈ। ਸੋ ਇਸ ਕਰਕੇ ਤੁਸੀਂ ਦੇਖੋਗੇ ਕਿ ਸਭ ਤੋਂ ਜ਼ਿਆਦਾ ਚੇਤੰਨਵੀ ਜਿਹੜਾ ਜੇ ਆਪਾਂ ਪੂਰੇ ਭਾਰਤ ਦੀ ਗੱਲ ਕਰਦੇ ਹਾਂ ਤਾਂ ਖਾਸ ਤੌਰ ਤੇ ਜਿਹੜਾ ਦੁਆਬੇ ਦਾ ਜਿਹੜਾ ਦਲਿਤ ਹੈ, ਜਿਹਦੇ ਵਿੱਚ ਬਹੁਤ ਭਾਰੀ ਗਿਣਤੀ ਹੈ ਦਲਿਤਾਂ ਦੀ, ਤਾਂ ਉਹ ਦਲਿਤ ਜਿਹੜਾ ਹੈਗਾ ਸਿਆਸੀ ਤੌਰ ਤੇ ਵੀ, ਧਾਰਮਿਕ ਤੌਰ ਤੇ ਵੀ ਜਾਂ ਜਾਤੀ ਤੌਰ ਤੇ ਵੀ ਕਾਫੀ ਚੇਤੰਨ ਹੈ। ਬਾਕੀ ਪੂਰੇ ਭਾਰਤ ਦੇ ਜਾਂ ਪੰਜਾਬ ਦੇ ਜਿਹੜੇ ਖਿੱਤੇ ਨੇ
ਜਿੱਥੇ ਦਲਿਤ ਬੈਠਾ ਹੈ ਉਹਦੇ ਨਾਲੋਂ। ਸੋ ਉਹਦਾ ਵੱਡਾ ਕਾਰਨ ਇਹੀ ਹੈ ਕਿ ਇੱਕ ਤਾਂ ਦੁਆਬੇ ਦੇ ਵਿੱਚ ਜਿਹੜੀ ਹੈਗੀ ਹੈ ਇੰਡਸਟਰੀਲਾਈਜੇਸ਼ਨ ਹੋਈ ਹੈ, ਜਾਂ ਦੁਆਬੇ ਦੇ ਵਿੱਚੋਂ ਬਹੁਤ ਸਾਰੇ ਜਿਹੜੇ ਦਲਿਤ ਨੇ ਉਹ ਫੋਰਨ ਦੇ ਵਿੱਚ ਬਾਹਰਲੇ ਮੁਲਕਾਂ 'ਚ ਗਏ ਨੇ, ਪੈਸਾ ਆ ਰਿਹਾ ਹੈ। ਸੋ ਉਹਦੇ ਕਰਕੇ ਵੀ ਜਿਹੜਾ ਹੈਗਾ ਦਲਿਤਾਂ ਦੀ ਚੇਤਨਾ ਵਧੀ ਹੈ। ਇਸ ਕਰਕੇ ਤੁਸੀਂ ਦੇਖੋਗੇ ਕਿ ਜਿੰਨੀਆਂ ਮੈਕਸੀਮਮ ਸੀਟਾਂ ਨਿਕਲਦੀਆਂ ਨੇ ਉਹ ਦਲਿਤਾਂ ਦੀਆਂ ਜਿਹੜੀਆਂ ਵੋਟ ਹੈ ਜਾਂ ਦਲਿਤਾਂ ਨੂੰ ਪੋਲਰਾਈਜੇਸ਼ਨ ਕਰਕੇ ਦੁਆਬੇ ਦੇ ਵਿੱਚੋਂ ਨਿਕਲਦੀਆਂ ਰਹੀਆਂ ਨੇ। ਸੋ ਹੁਣ ਆਪਾਂ ਦੇਖਦੇ ਹਾਂ ਕਿ ਜਿਹੜੀ ਇਸ ਵੇਲੇ ਨਵੇਂ ਬਿੱਲ ਆ ਰਹੇ ਨੇ, ਇਹ ਬਿੱਲ ਜਿਹੜੇ ਨੇ ਖਾਸ ਤੌਰ ਤੇ ਜਿਹੜੀ ਅਕਾਲੀ ਦਲ ਵੇਲੇ ਦੀ ਜਿਹੜੀ ਸਿਆਸਤ ਰਹੀ ਹੈ ਉਹਨੂੰ ਕਾਊਂਟਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਕਾਲੀ ਦਲ ਨੇ, ਆਪਾਂ ਨੂੰ ਯਾਦ ਹੈ ਕਿ ਕਿਸੇ ਵੇਲੇ ਆਟਾ ਦਾਲ ਸਕੀਮ ਚਲਾਈ ਸੀਗੀ ਦਲਿਤਾਂ ਦੇ ਲਈ, ਔਰ ਉਹਨੂੰ ਬਹੁਤ ਜ਼ਿਆਦਾ ਬੈਨੀਫਿਟ ਮਿਲਿਆ ਸੀਗਾ, ਜਿਹਦੇ ਕਰਕੇ ਲਗਭਗ 2 ਵਾਰੀ ਸਿਆਸਤ ਜਿਹੜੀ ਹੈਗੀ ਸੱਤਾ 'ਚ ਰਹੇ ਨੇ ਅਕਾਲੀ ਦਲ, ਆਪਾਂ ਨੂੰ ਯਾਦ ਹੈ। ਉਹਦੇ ਵਿੱਚ ਦਲਿਤਾਂ ਦੀ ਜਿਹੜੀ ਵੋਟ ਬੈਂਕ ਸੀਗੀ ਉਹ ਆਟਾ ਦਾਲ ਸਕੀਮ ਕਰਕੇ ਜਿਹੜੀ ਸੀ ਉਹ ਬਹੁਤ ਜਿਹੜੀ ਲੋਕਾਂ ਦੇ ਵਿੱਚ ਪ੍ਰਚਲਿਤ ਹੋਈ ਸੀ, ਪਪੂਲਰ ਹੋਈ ਸੀਗੀ। ਸੋ ਉਸ ਤੋਂ ਬਾਅਦ ਜਦੋਂ ਕਾਂਗਰਸ ਆਈ ਤਾਂ ਉਹ ਆਟਾ ਦਾਲ ਸਕੀਮ ਦੀ ਬਜਾਏ ਉਹਨਾਂ ਨੇ ਕਿਹਾ ਕਿ ਆਪਾਂ ਨੇ ਤੁਸੀਂ ਸੁਣਿਆ ਹੋਏਗਾ ਕਿ 4.5 ਸਾਲ ਪਹਿਲਾਂ ਉਹਨਾਂ ਨੇ ਕਿਹਾ ਕਿ ਨਾਲ ਚਾਹ ਪੱਤੀ ਵੀ ਦਿਆ ਕਰਾਂਗੇ, ਨਾਲ ਘਿਓ ਵੀ ਦਿਆ ਕਰਾਂਗੇ ਆਟਾ ਦਾਲ ਦੇ ਨਾਲ। ਪਰ ਉਹ ਸਕੀਮਾਂ ਜਿਹੜੀਆਂ ਸੀਗੀਆਂ ਲਗਾਤਾਰ ਠੱਪ ਹੁੰਦੀਆਂ ਗਈਆਂ। ਸਗੋਂ ਹੋਰ ਤਾਂ ਵਾਧੂ ਸਮਾਨ ਦਾ ਕੀ ਦੇਣਾ ਸੀਗਾ ਕੈਪਟਨ ਸਾਹਿਬ ਨੇ, ਉਹਨਾਂ ਨੂੰ ਸਗੋਂ ਆਟਾ ਦਾਲ ਵੀ ਜਿਹੜੀ ਸਕੀਮ ਸੀ ਉਹ ਵੀ ਕਿਤੇ ਨਾ ਕਿਤੇ ਠੰਡੇ ਬਸਤੇ ਦੇ ਵਿੱਚ ਚਲੀ ਗਈ। ਸੋ ਕਹਿਣ ਦਾ ਮਤਲਬ ਹੈ ਕਿ ਹੁਣ 4.5 ਸਾਲ ਤੋਂ ਬਾਅਦ ਕੈਪਟਨ ਸਾਹਿਬ ਦੀ ਨੀਂਦ ਖੁੱਲੀ ਹੈ, ਔਰ ਉਹ ਇੱਕ ਨਵਾਂ ਬਿੱਲ ਜਿਹੜਾ ਹੈਗਾ ਇਹ ਕਹਿਣਾ ਚਾਹੁੰਦੇ ਨੇ ਕਿ ਅਗਲੇ ਬਜਟ ਦੇ ਵਿੱਚ ਰਾਖਵਾਂ ਜਿਹੜਾ ਪੈਸਾ ਰੱਖਿਆ ਜਾਏਗਾ ਦਲਿਤਾਂ ਦੇ ਲਈ, ਔਰ ਉਸ ਰਾਖਵੇਂ ਦੇ ਪੈਸੇ ਦੇ ਵਿੱਚੋਂ ਦਲਿਤਾਂ ਦੀਆਂ ਸਕੀਮਾਂ ਬਣਾਈਆਂ ਜਾਣਗੀਆਂ। ਪਰ ਉਹ ਕਦੋਂ ਸਕੀਮਾਂ ਬਣਨਗੀਆਂ, ਕਦੋਂ ਉਹ ਬਜਟ ਆਏਗਾ, ਕਿਉਂਕਿ ਸਮਾਂ ਇਸ ਵੇਲੇ ਬਹੁਤ ਥੋੜਾ, ਜਿਵੇਂ ਤੁਸੀਂ ਵੀ ਕਹਿ ਰਹੇ ਹੋ ਕਿ 4.5 ਸਾਲ ਹੋ ਗਏ, 6 ਮਹੀਨੇ ਤੁਹਾਡੇ ਕੋਲ ਰਹਿ ਗਏ ਨੇ। ਹੁਣ ਕਦੋਂ ਤੁਸੀਂ ਉਸ ਬਿੱਲ ਨੂੰ ਪਾਸ ਕਰੋਗੇ, ਕਾਨੂੰਨ ਬਣਾਓਗੇ, ਫਿਰ ਉਹਦੇ ਲਈ ਬਜਟ ਰੱਖੋਗੇ, ਫਿਰ ਸਕੀਮਾਂ ਬਣਨਗੀਆਂ। ਔਰ ਮੈਨੂੰ ਲੱਗਦਾ ਹੈ ਕਿ ਇੱਕ ਸਿਰਫ ਤੇ ਸਿਰਫ ਇਹ ਦਲਿਤਾਂ ਦੀ ਵੋਟ ਬੈਂਕ ਦੇ ਉੱਤੇ ਸਿਆਸਤ ਹੋ ਰਹੀ ਹੈ। ਇਹਦੇ ਵਿੱਚੋਂ ਨਿਕਲੇਗਾ ਕੀ ਉਹ ਹਜੇ ਸਮਾਂ ਦੱਸੇਗਾ। ਪਰ ਹਾਲ ਦੀ ਘੜੀ ਮੈਨੂੰ ਲੱਗਦਾ ਹੈ ਕਿ ਦਲਿਤਾਂ ਨੂੰ ਜਿਹੜੇ ਮਾੜੇ ਮੋਟੇ ਕੁਝ ਬੈਨੀਫਿਟ ਮਿਲਦੇ ਸੀਗੇ ਉਹ ਵੀ ਨਹੀਂ ਮਿਲ ਰਹੇ। ਇੱਥੋਂ ਤੱਕ ਕਿ ਜੇ ਆਪਾਂ ਗੱਲ ਕਰੀਏ ਪੰਜਾਬ ਦੀ, ਤਾਂ ਲਗਾਤਾਰ ਇੱਕ ਵੱਡੀ ਮੂਵਮੈਂਟ ਚੱਲ ਰਹੀ ਹੈ ਕਿ ਇੱਥੋਂ ਦੀਆਂ ਜਿਹੜੀਆਂ ਸ਼ਾਮਲਾਟ ਜ਼ਮੀਨਾਂ ਨੇ, ਜਿਹੜਾ ਤੀਜਾ ਹਿੱਸਾ ਉਹਨਾਂ ਨੂੰ ਸੰਵਿਧਾਨ ਨੇ ਦਿੱਤਾ ਹੈ ਦਲਿਤਾਂ ਨੂੰ, ਉਹਦੇ ਉੱਤੇ ਵੀ ਜਿਹੜਾ ਹੈਗਾ ਕਾਰਵਾਈ ਨਹੀਂ ਹੋ ਪਾ ਰਹੀ। ਔਰ ਇਸੇ ਤਰ੍ਹਾਂ ਮਨਰੇਗਾ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਮਨਰੇਗਾ ਵਰਗੀਆਂ ਜਿਹੜੀਆਂ ਸਕੀਮਾਂ ਚੱਲੀਆਂ ਸੀਗੀਆਂ ਉਸ ਨੂੰ ਵੀ ਸਹੀ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਨਹੀਂ ਲਾਗੂ ਕੀਤਾ ਜਾਂਦਾ, ਇਹ ਆਪਾਂ ਸਾਰੇ ਜਾਣਦੇ ਹਾਂ। ਸੋ ਕਹਿਣ ਦਾ ਮਤਲਬ ਹੈ ਕਿ ਕਿੱਥੇ ਦਾ ਇੱਕ ਪਾਸੇ ਜਿਹੜੀਆਂ ਆਲਰੇਡੀ ਅਧਿਕਾਰ ਨੇ ਦਲਿਤਾਂ ਦੇ, ਉਹਨਾਂ ਦੇ ਉੱਤੇ ਗੱਲ ਕਰਨੀ ਚਾਹੀਦੀ ਸੀਗੀ, ਉਹਨਾਂ ਨੂੰ ਦੇਣੇ ਚਾਹੀਦੇ ਸੀਗੇ, ਔਰ ਉਹਨਾਂ ਜਿਹੜੀਆਂ ਸਕੀਮਾਂ ਉਹਨਾਂ ਦੀਆਂ ਚੱਲ ਰਹੀਆਂ ਨੇ ਉਹਨਾਂ ਨੂੰ ਪ੍ਰੋਪਰ ਸਹੀ ਤਰੀਕੇ ਦੇ ਨਾਲ ਲਾਗੂ ਕਰਨਾ ਚਾਹੀਦਾ ਸੀਗਾ। ਸੋ ਉਸ ਦੀ ਬਜਾਏ ਨਵੇਂ ਕਾਨੂੰਨ ਕਦੋਂ ਆਉਣਗੇ, ਕਦੋਂ ਲਿਆਂਦੇ ਜਾਣਗੇ, ਕਦੋਂ ਉਹਨਾਂ ਦੇ ਲਈ ਪੈਸਾ ਰੱਖਿਆ ਜਾਏਗਾ, ਜਦੋਂ ਕਿ ਇੱਕ ਪਾਸੇ ਖਜ਼ਾਨਾ ਮੰਤਰੀ ਇਹ ਕਹਿ ਰਹੇ ਨੇ ਕਿ ਸਾਡਾ ਖਜ਼ਾਨਾ ਤਾਂ ਆਲਰੇਡੀ ਖਾਲੀ ਪਿਆ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਇਹ ਸਿਰਫ ਤੇ ਸਿਰਫ ਵੋਟ ਬੈਂਕ ਦੀ ਜਿਹੜੀ ਹੈਗੀ ਸਿਆਸਤ ਹੋ ਰਹੀ ਹੈ। ਇਹਦੇ ਵਿੱਚੋਂ ਦਲਿਤਾਂ ਦਾ ਭਲਾ ਹੋਏਗਾ ਜਾਂ ਦਲਿਤ ਇਹਨਾਂ ਨੂੰ ਇਸ ਗੱਲ ਦੇ ਉੱਤੇ ਵੋਟ ਪਾ ਦੇਣਗੇ ਕਾਂਗਰਸ ਨੂੰ, ਇਹਦੀਆਂ ਸੰਭਾਵਨਾਵਾਂ ਬਹੁਤ ਘੱਟ ਲੱਗਦੀਆਂ ਨੇ। ਇਹਦੇ ਵਿੱਚੋਂ ਨਿਕਲਣਾ ਕੁਝ ਨਹੀਂ ਹੈ, ਸਗੋਂ ਦਲਿਤਾਂ ਨੂੰ ਭਰਮਾ ਕੇ ਦੁਬਾਰਾ ਫਿਰ ਇੱਕ ਵਾਰੀ ਕੋਸ਼ਿਸ਼ ਇਹ ਕਾਂਗਰਸ ਕਰ ਰਹੀ ਹੈ ਕਿ ਉਹ ਸਾਡੇ ਵੱਲ ਆ ਜਾਣਗੇ, ਸਾਡੀ ਵੋਟ ਬੈਂਕ ਜਿਹੜੀ ਹੈ ਬਣ ਜਾਣਗੇ ਤੇ ਅਸੀਂ 22 ਦੇ ਵਿੱਚ ਦੁਬਾਰਾ ਸਰਕਾਰ ਬਣਾ ਸਕਦੇ ਹਾਂ। ਸੋ ਇਸ ਤਰ੍ਹਾਂ ਦੀਆਂ ਸੰਭਾਵਨਾਵਾਂ, ਜਿਹੜਾ ਬਿੱਲ ਦੀ ਤੁਸੀਂ ਗੱਲ ਕਰ ਰਹੇ ਹੋ ਉਹਦੇ ਵਿੱਚੋਂ ਸੰਭਾਵਨਾਵਾਂ ਉੱਭਰਦੀਆਂ ਨਜ਼ਰ ਆ ਰਹੀਆਂ ਨੇ। ਔਰ ਦੂਜੇ ਪਾਸੇ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਨਵਜੋਤ ਸਿੰਘ ਸਿੱਧੂ ਦਲਿਤ ਵਿਧਾਇਕਾਂ ਦੇ ਨਾਲ ਗੱਲਬਾਤ ਕਰ ਰਹੇ ਨੇ, ਔਰ ਉਹ ਕਹਿ ਰਹੇ ਨੇ ਕਿ ਜਿੰਨੀ ਸਾਡੀ ਪਰਸੈਂਟੇਜ ਹੈ ਉਹਦੇ ਮੁਤਾਬਕ 6 ਸਾਡੇ ਮੰਤਰੀ ਹੋਣੇ ਚਾਹੀਦੇ ਨੇ, 3 ਹੁਣ ਹੈਗੇ ਆ। ਇਹ ਹੁਣ ਜਿਵੇਂ ਤੁਸੀਂ ਕਹਿ ਰਹੇ ਹੋ, ਬਿਲਕੁਲ ਗੱਲ ਤੁਹਾਡੀ ਠੀਕ ਹੈ ਕਿ ਮੰਤਰੀ ਤਾਂ ਬਣ ਜਾਣਗੇ, ਮੰਤਰੀ ਪਹਿਲਾਂ ਵੀ ਸੀ। ਮੰਨ ਲਓ ਧਰਮਸੋਤ ਦੀ ਗੱਲ ਇੱਥੇ ਆਉਂਦੀ ਹੈ ਤਾਂ ਧਰਮਸੋਤ ਮੰਤਰੀ ਉਸ ਖਾਸ ਤੌਰ ਤੇ ਕੈਟਾਗਰੀ ਦੇ ਵਿੱਚੋਂ ਸੀਗੇ। ਪਰ ਆਪਾਂ ਜੋ ਹਕੀਕਤ ਹੋਈ ਹੈ ਉਹ ਇਹ ਵੀ ਦੋਸ਼ ਉਹਨਾਂ ਦੇ ਉੱਤੇ ਲੱਗਦੇ ਨੇ ਕਿ ਉਹ ਜਿਹੜੇ ਵਿਦਿਆਰਥੀਆਂ ਦਾ, ਦਲਿਤ ਵਿਦਿਆਰਥੀਆਂ ਦਾ ਜਿਹੜਾ ਵਜ਼ੀਫਾ ਸੀਗਾ ਉਹ ਵੀ ਖਾਣ ਦੇ ਦੋਸ਼ ਜਿਹੜੇ ਨੇ ਉਹਨਾਂ ਦੇ ਉੱਤੇ ਲੱਗੇ ਨੇ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਇਮਾਨਦਾਰੀ ਜਿਹੜੀ ਸਰਕਾਰ ਦੀ ਝਲਕਣੀ ਚਾਹੀਦੀ ਹੈ ਦਲਿਤਾਂ ਦੇ ਪ੍ਰਤੀ, ਉਹ ਕਿਤੇ ਝਲਕਦੀ ਨਜ਼ਰ ਨਹੀਂ ਆ ਰਹੀ। ਔਰ ਦੂਜੇ ਪਾਸੇ ਕੈਪਟਨ ਸਾਹਿਬ ਨੇ, ਆਪਾਂ ਨੂੰ ਪਤਾ ਹੈ ਕਿ ਜਿੰਨਾ ਵੀ ਉਹ ਘਪਲੇਬਾਜ਼ੀ ਹੋਈ ਹੈ, ਚਾਹੇ ਪਹਿਲਾਂ ਅਕਾਲੀ ਦਲ ਸਰਕਾਰ ਵੇਲੇ ਉਸ ਵਜ਼ੀਫਾ ਦੇ ਵਿੱਚੋਂ ਘਪਲੇਬਾਜ਼ੀ ਹੋਈ ਹੋਵੇ, ਚਾਹੇ ਉਸ ਤੋਂ ਬਾਅਦ ਜਿਹੜਾ ਹੈਗਾ ਕਾਂਗਰਸ ਸਰਕਾਰ ਦੀ
ਦੌਰ ਦੇ ਵਿੱਚ ਘਪਲੇਬਾਜ਼ੀ ਹੋਈ ਹੋਵੇ। ਕੈਪਟਨ ਸਾਹਿਬ ਨੇ ਸਾਰੀ ਜਿਹੜੀ ਹੈਗੀ ਹੈ ਕਲੀਨ ਚਿੱਟ ਉਹਨਾਂ ਨੂੰ ਦਿੱਤੀ ਹੋਈ ਹੈ ਕਿ ਧਰਮ ਸੋਤ ਦਾ ਕੋਈ ਕਸੂਰ ਨਹੀਂ ਹੈ। ਉਹਨਾਂ ਨੇ ਇਨਕੁਆਇਰੀ ਵੀ ਕਰਾਈ ਹੈ ਆਪ ਆਪਣੇ ਅਫਸਰਾਂ ਕੋਲੋਂ, ਪਰ ਉਹਦੇ ਚੋਂ ਨਿਕਲਿਆ ਕੁਛ ਨਹੀਂ। ਪਰ ਹੋਇਆ ਕੀ ਕਿ ਲੋਕ ਜਿਹੜੇ ਨੇ ਖਾਸ ਤੌਰ ਤੇ ਚਾਹੇ ਦਲਿਤ ਹੋਣ ਚਾਹੇ ਵੱਖ-ਵੱਖ ਵਿਰੋਧੀ ਧਿਰਾਂ ਹੋਣ, ਉਹਨਾਂ ਨੇ ਲਗਾਤਾਰ ਧਰਮ ਸੋਧ ਦੇ ਵਿਰੁੱਧ ਜਾਂ ਸਰਕਾਰ ਦੇ ਵਿਰੁੱਧ ਧਰਨੇ ਦਿੱਤੇ, ਪ੍ਰਦਰਸ਼ਨ ਕੀਤੇ, ਪਰ ਉਹਦੇ ਚੋਂ ਨਿਕਲਿਆ ਕੁਛ ਨਹੀਂ ਹੈ। ਸੋ ਇਸ ਕਰਕੇ ਮੈਂ ਇਹ ਕਹਿਣਾ ਕਿ ਦਲਿਤਾਂ ਦੇ ਉੱਤੇ ਪੋਲਿਟਿਕਸ ਬਹੁਤ ਲਗਾਤਾਰ ਪੂਰੇ ਭਾਰਤ ਦੇ ਵਿੱਚ ਹੋਈ ਹੈ ਔਰ ਹੁੰਦੀ ਰਹੇਗੀ, ਪੰਜਾਬ ਦੇ ਵਿੱਚ ਹੁੰਦੀ ਰਹੇਗੀ। ਪਰ ਦਲਿਤਾਂ ਦੀ ਭਲਾਈ ਦੇ ਲਈ, ਦਲਿਤਾਂ ਨੂੰ ਉੱਪਰ ਚੁੱਕਣ ਦੇ ਲਈ ਜੋ ਸਕੀਮਾਂ ਬਣਨੀਆਂ ਚਾਹੀਦੀਆਂ ਨੇ, ਜੋ ਅੱਜ ਆਪਾਂ ਦੇਖ ਰਹੇ ਹਾਂ ਕਿ ਦਲਿਤਾਂ ਦੀ ਜੋ ਹਾਲਤ ਹੈ ਉਹ ਸੱਚੀ ਮੁੱਚੀ ਬਹੁਤ, ਮਤਲਬ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਪੇਤਲੀ ਹਾਲਤ ਹੈ, ਬਹੁਤ ਦਰਦਨਾਕ ਹਾਲਤ ਹੈ। ਔਰ ਜੇ ਆਪਾਂ ਪਿੰਡਾਂ 'ਚ ਜਾਈਏ, ਸ਼ਹਿਰਾਂ 'ਚ ਜਾਈਏ, ਤਾਂ ਉਹਨਾਂ ਦੇ ਰੁਜ਼ਗਾਰ ਦੀ ਗੱਲ ਹੋਣੀ ਚਾਹੀਦੀ ਹੈ। ਉਹਨਾਂ ਨੂੰ ਬਜਾਏ ਰੁਜ਼ਗਾਰ ਦੇਣ ਦੇ ਉਹਨਾਂ ਨੂੰ ਕੀ ਕਿਹਾ ਜਾ ਰਿਹਾ ਕਿ ਤੁਸੀਂ ਆਟਾ ਦਾਲ ਲੈ ਲਓ। ਇੱਕ ਕਿਸਮ ਦੀ ਮਤਲਬ ਉਹਨਾਂ ਨੂੰ ਮੰਗਤੇ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਦੋਂ ਕਿ ਉਹਨਾਂ ਦਾ ਹੱਕ ਬਣਦਾ ਹੈ ਕਿ ਇਸ ਸੰਵਿਧਾਨ ਦੇ ਅਨੁਸਾਰ ਕਿ ਉਹ ਆਪਣਾ ਰੁਜ਼ਗਾਰ ਕਿਉਂ ਨਹੀਂ ਲੈ ਸਕਦੇ। ਤੁਸੀਂ ਉਹਨਾਂ ਨੂੰ ਰੁਜ਼ਗਾਰ ਕਿਉਂ ਨਹੀਂ ਦਿੰਦੇ? ਤੁਸੀਂ ਉਹਨਾਂ ਨੂੰ ਐਜੂਕੇਸ਼ਨ ਫ੍ਰੀ ਉਹਨਾਂ ਦੀ ਕਿਉਂ ਨਹੀਂ ਕਰਦੇ? ਤੁਸੀਂ ਉਹਨਾਂ ਦੀ ਹੈਲਥ ਫ੍ਰੀ ਕਿਉਂ ਨਹੀਂ ਕਰਦੇ, ਤਾਂ ਕਿ ਉਹ ਆਪਣਾ ਆਟਾ ਦਾਲ ਆਪ ਹੀ ਲੈ ਲੈਣ? ਸੋ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਸਕੀਮਾਂ ਲਿਆਂਦੀਆਂ ਜਾਂਦੀਆਂ ਨੇ, ਇਹ ਸਿਰਫ ਤੇ ਸਿਰਫ ਦਲਿਤਾਂ ਨੂੰ ਭਰਮਾਉਣ ਦੇ ਲਈ ਔਰ ਦਲਿਤਾਂ ਦਾ ਵੋਟ ਬੈਂਕ ਪੱਕਾ ਕਰਨ ਦੇ ਲਈ ਇਹ ਇਦਾਂ ਦੀਆਂ ਸਕੀਮਾਂ ਲਿਆਂਦੀਆਂ ਜਾ ਰਹੀਆਂ ਨੇ। ਔਰ ਕੈਪਟਨ ਸਾਹਿਬ ਦੇ ਰਾਹੀਂ, ਇਹ ਬਿੱਲ ਦੇ ਰਾਹੀਂ ਇਹੀ ਕੋਸ਼ਿਸ਼ ਕੀਤੀ ਜਾਏਗੀ ਕਿ ਇਸ ਬਿੱਲ ਨੂੰ ਦਿਖਾ ਕੇ ਦਲਿਤਾਂ ਦੀਆਂ ਵੋਟਾਂ ਲੈ ਲਈਆਂ ਜਾਣ, ਪਰ ਇਹਦੇ ਚੋਂ ਨਿਕਲੇਗਾ ਕੁਛ ਨਹੀਂ। ਚਾਹੇ ਮੰਤਰੀ 2 ਬਣਾ ਲਓ, 3 ਬਣਾ ਲਓ, 6 ਬਣਾ ਲਓ, ਮੰਤਰੀਆਂ ਨੇ ਜਿਹੜੀਆਂ ਨੇ ਉਹ ਦਲਿਤਾਂ ਦਾ ਸੁਧਾਰ ਨਹੀਂ ਕਰਨਾ। ਦਲਿਤਾਂ ਦਾ ਸੁਧਾਰ ਜਿਹੜਾ ਹੋਏਗਾ ਉਹ ਸਿਸਟਮ ਦੇ ਵਿੱਚ ਜਿਹੜੀ ਚੇਂਜ ਆਏਗੀ ਉਹਦੇ ਕਰਕੇ ਹੋਏਗਾ। ਸਿਸਟਮ ਦੇ ਵਿੱਚ ਚੇਂਜ ਦਾ ਮਤਲਬ ਇਹੀ ਹੈ ਕਿ ਇਹ ਜਿਹੜੀਆਂ ਆਟਾ ਦਾਲ ਵਰਗੀਆਂ ਸਕੀਮਾਂ ਨੇ, ਜਾਂ ਘਿਓ ਦੇ ਦਿਓ, ਫਲਾਣੀਆਂ ਚਾਹ ਪੱਤੀ ਦੇ ਦਿਓ, ਏਦਾਂ ਦੀਆਂ ਸਕੀਮਾਂ ਦੇ ਨਾਲ ਨਹੀਂ ਹੋਏਗਾ। ਸਗੋਂ ਉਹਨਾਂ ਨੂੰ ਰੁਜ਼ਗਾਰ ਦਿਓ, ਉਹਨਾਂ ਦੀਆਂ ਜਿਹੜੀਆਂ ਜ਼ਮੀਨਾਂ ਦੇ ਉੱਤੇ ਕਬਜ਼ੇ ਕੀਤੇ ਹੋਏ ਨੇ ਉਹਨਾਂ ਨੂੰ ਜ਼ਮੀਨਾਂ ਵਾਪਸ ਕਰੋ, ਤਾਂ ਉਹਨਾਂ ਦੀ ਜਿਹੜੀ ਹੈਗੀ ਆ ਜੀਵਨ ਦੇ ਵਿੱਚ ਤਬਦੀਲੀ ਆ ਸਕਦੀ ਹੈ। ਜੇ ਏਦਾਂ ਮਾੜਾ ਮੋਟਾ ਦਲਿਤਾਂ ਨੂੰ ਜਿਹੜਾ ਹੈਗਾ ਭਰਮਾ ਕੇ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਵੇਂ ਵੱਖ-ਵੱਖ ਪਾਰਟੀਆਂ ਦੇ ਰਾਹੀਂ, ਉਹਦੇ ਨਾਲ ਦਲਿਤਾਂ ਦਾ ਕੋਈ ਭਲਾ ਨਹੀਂ ਹੋਣ ਵਾਲਾ। ਇਹ ਗੱਲ ਬਿਲਕੁਲ ਕਲੀਅਰ ਹੈ ਸੁਖਵਿੰਦਰ ਜੀ। ਬਿਲਕੁਲ ਬਿਲਕੁਲ ਡਾਕਟਰ ਸਾਹਿਬ, ਜਿਵੇਂ ਕਿ ਆਪਾਂ ਦੇਖਦੇ ਹਾਂ ਕਿ ਅਕਸਰ ਦਲਿਤ ਭਾਈਚਾਰਾ, ਐਸਸੀ ਬੀਸੀ ਲਾ ਲਓ, ਪਛੜਾ ਵਰਗ ਜਾਂ ਜਨਰਲ ਵਰਗ ਆ ਗਿਆ, ਇਹਨਾਂ ਸਾਰਿਆਂ ਦੇ ਲਈ ਇੱਕ ਸੁਨੇਹਾ ਆ, ਸਮਝਣਾ ਚਾਹੀਦਾ ਹੈ ਕਿ 2022 ਦੀਆਂ ਚੋਣਾਂ ਆ ਰਹੀਆਂ, ਏਦਾਂ ਹੀ ਚੋਣਾਂ ਆਉਂਦੀਆਂ ਰਹਿੰਦੀਆਂ ਨੇ। ਤੁਹਾਡੇ ਉੱਤੇ ਤੁਸੀਂ ਐਮਐਲਏ ਬਣਾ ਕੇ ਭੇਜ ਦਿਓ ਆਪਣੇ, ਉਹ ਕਹਿੰਦੇ ਹੁਣ ਸਾਨੂੰ ਮੰਤਰੀ ਬਣਾ ਦਿਓ, ਭਾਵੇਂ ਉਹਨਾਂ ਨੂੰ ਮੁੱਖ ਮੰਤਰੀ ਵੀ ਬਣਾ ਦਿਓ। ਗੱਲ ਤਾਂ ਮਸਲਿਆਂ ਦੀ ਹੈ। ਜੇ ਮਸਲੇ ਹੱਲ ਨਹੀਂ ਕਰਨੇ, ਜੇ ਨੀਤੀ ਅਤੇ ਨੀਅਤ ਹੀ ਸਾਫ਼ ਨਹੀਂ ਹੈਗੀ, ਫਿਰ ਭਾਵੇਂ ਕਿਸੇ ਨੂੰ ਪ੍ਰਧਾਨ ਮੰਤਰੀ ਤੱਕ ਬਣਾ ਦਿਓ, ਭਾਵੇਂ ਕਿਸੇ ਨੂੰ ਰਾਸ਼ਟਰਪਤੀ ਦੇ ਅਹੁਦੇ ਤੇ ਬਿਠਾ ਦਿਓ, ਕੰਮ ਉਹੀ ਹੋਣੇ ਨੇ ਜਿਹੜੇ ਤੁਹਾਡੇ ਹੁਣ ਹੋ ਰਹੇ ਨੇ, ਜਿਸ ਢੰਗ ਨਾਲ ਹੋ ਰਹੇ ਨੇ, ਰਵੱਈਆ ਉਹੀ ਸਰਕਾਰਾਂ ਦਾ ਰਹਿਣਾ। ਡਾਕਟਰ ਸਾਹਿਬ, ਇਹਦੇ ਵਿਚਾਲੇ ਜਿਹੜੀ ਮੈਂ ਇੱਕ ਅਗਲੀ ਖਬਰ ਦੀ ਗੱਲ ਕਰ ਰਿਹਾ ਕਿ ਸਿੱਧੂ ਸਾਹਿਬ ਨੂੰ ਇੱਕ ਕਾਂਗਰਸੀ ਵਰਕਰ ਨੇ ਖੁਦਕੁਸ਼ੀ ਤੋਂ ਪਹਿਲਾਂ ਆਡੀਓ 'ਚ ਜੋ ਕੁਝ ਕਿਹਾ, ਬੇहद ਦਰਦਨਾਕ। ਆਪਾਂ ਐ ਸਮਝ ਲਈਏ ਕਿ ਇਕੱਲੇ ਕਾਂਗਰਸੀ ਵਰਕਰ ਦਾ ਨਹੀਂ, ਇਹ ਪੂਰੇ ਪੰਜਾਬ ਦਾ ਦਰਦ ਉਸਨੇ ਬਿਆਨ ਕੀਤਾ ਆਪਣੀ ਉਸ ਆਡੀਓ ਜਾਂ ਵੀਡੀਓ ਦੇ ਵਿੱਚ। ਸੁਖਵਿੰਦਰ ਜੀ, ਇੱਕ ਲਾਈਨ ਹੈ ਕਿਸੇ ਬੜੇ ਅੱਛੇ ਕਵੀ ਦੀ ਕਿ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ, ਐਸੇ ਮੁਲਕ 'ਚ ਰਹਿਣਾ ਪੈ ਰਿਹਾ ਹੈ। ਸੋ ਇਸ ਵੇਲੇ ਅਸੀਂ ਐਸੇ ਸਿਸਟਮ 'ਚ ਰਹਿ ਰਹੇ ਹਾਂ ਜਿੱਥੇ ਕਿਸੇ ਦੀ ਵੀ ਕੋਈ ਸੁਣਵਾਈ ਨਜ਼ਰ ਨਹੀਂ ਆਉਂਦੀ। ਇੱਕ ਪਾਸੇ ਤੁਸੀਂ ਜੇਕਰ ਇੱਕ ਕਾਂਗਰਸ ਦਾ ਵਲੰਟੀਅਰ, ਜਿਹੜਾ ਇਸ ਵੇਲੇ ਸੱਤਾ 'ਚ ਹੈ ਜਿਹੜੀ ਪਾਰਟੀ, ਉਸ ਵਲੰਟੀਅਰ ਦੀ ਜਿਹੜੀ ਸਮੱਸਿਆ ਨੂੰ ਸੁਣਿਆ ਨਹੀਂ ਜਾ ਰਿਹਾ, ਔਰ ਉਹ ਸਾਰੀ ਆਪਾਂ ਨੂੰ ਪਤਾ ਹੈ ਜਿਵੇਂ ਅਫਸਰਸ਼ਾਹੀ ਕਰ ਰਹੀ ਹੈ, ਜਾਂ ਪੁਲਿਸ ਦਾ ਜਿਵੇਂ ਤੁਸੀਂ ਕਹਿ ਰਹੇ ਹੋ ਨੈਕਸਸ ਜਿਹੜਾ ਹੈਗਾ, ਜਾਂ ਜਿਹੜੇ ਰਾਜਨੀਤੀਵਾਨਾਂ ਦਾ ਨੈਕਸਸ ਹੈ, ਇਸ ਨੈਕਸਸ ਦੇ ਵਿੱਚ ਇੱਕ ਬੰਦਾ ਜਿਹੜਾ ਹੈਗਾ ਕੋਈ ਸੁਣਵਾਈ ਨਾ ਹੋਣ ਕਰਕੇ ਖੁਦਕੁਸ਼ੀ ਕਰਦਾ ਹੈ, ਤਾਂ ਇਸ ਤੋਂ ਕੋਈ ਕਿਸੇ ਵੀ ਮੁਲਕ ਦੇ ਕਿਸੇ ਬਸ਼ਿੰਦੇ ਲਈ, ਨਾਗਰਿਕ ਲਈ ਕੋਈ ਮਾੜੀ ਘਟਨਾ ਨਹੀਂ ਹੋ ਸਕਦੀ। ਇਹ ਮੈਨੂੰ ਲੱਗਦਾ ਕਿ ਸਭ ਤੋਂ ਇਸ ਵੇਲੇ ਇਸ ਮੁਲਕ ਭਾਰਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜਿੱਥੇ ਆਪਾਂ ਸਾਹ ਲੈ ਰਹੇ ਹਾਂ, ਜੀ ਰਹੇ ਹਾਂ, ਉੱਥੇ ਏਦਾਂ ਸਾਹ ਘੁੱਟ ਰਿਹਾ ਹੈ। ਸੋ ਉਹਦਾ ਨਤੀਜਾ ਇਹੀ ਹੋਇਆ ਹੈ। ਉਹਦਾ ਕਾਰਨ ਆਪਾਂ ਜਦੋਂ ਅਸੀਂ ਲੱਭਦੇ ਹਾਂ ਤਾਂ ਕਾਰਨ ਇਹਦੇ ਪਿੱਛੇ ਉਹੀ ਹੈ ਕਿ ਮੇਨ 3 ਤਰ੍ਹਾਂ ਦੀਆਂ ਸੰਸਥਾਵਾਂ ਦਾ, ਇੰਸਟੀਟਿਊਸ਼ਨ ਦਾ ਨੈਕਸਸ ਹੈ। ਉਹ ਹੈ ਇੱਕ ਪਾਸੇ ਉੱਪਰਲਾ ਜਿਹੜਾ ਪੋਲੀਟੀਕਲ ਤਬਕਾ ਹੈ, ਅਮੀਰ ਪੋਲੀਟੀਕਲ ਤਬਕਾ, ਚਾਹੇ ਉਹਦੇ ਵਿੱਚ ਕਾਂਗਰਸ ਦੇ ਆਪਾਂ ਅਮੀਰ ਤਬਕਾ ਲਾ ਲਓ, ਅਕਾਲੀ ਦਲ ਦਾ ਜਾਂ ਬੀਜੇਪੀ ਦਾ, ਇਹ ਲਗਾਤਾਰ ਉਹੀ ਚੱਲ ਰਿਹਾ। ਇਹਨਾਂ ਦਾ ਨੈਕਸਸ ਹੈ ਅੱਗੇ ਅਫਸਰਸ਼ਾਹੀ ਦੇ ਨਾਲ, ਔਰ ਅਫਸਰਸ਼ਾਹੀ ਦਾ ਅੱਗੇ ਹੈ ਪੁਲਿਸ ਦੇ ਨਾਲ।
ਇਹ ਤਿੰਨ ਧਿਰਾਂ ਦਾ ਨੈਕਸਸ ਜਿਹੜਾ ਹੈਗਾ, ਇਹ ਆਪਸ ਦੇ ਵਿੱਚ ਮਿਲੇ ਹੋ ਉੱਪਰਲੇ ਲੈਵਲ ਤੇ ਮਿਲੇ ਹੁੰਦੇ ਆ। ਔਰ ਸਾਰੀਆਂ ਚੀਜ਼ਾਂ ਜਿਵੇਂ ਆਪਾਂ ਨੂੰ ਪਤਾ ਹੈ ਕਿ ਜਿਹੜੀਆਂ ਸਕੀਮਾਂ ਬਣਦੀਆਂ ਨੇ, ਹੋਰ ਜਿਹੜੇ ਨੇ ਕਾਨੂੰਨ ਬਣਦੇ ਨੇ, ਉਹਨਾਂ ਕਾਨੂੰਨਾਂ ਨੂੰ, ਉਹਨਾਂ ਸਕੀਮਾਂ ਨੂੰ ਆਪਣੇ ਤਰੀਕੇ ਨਾਲ ਮੈਨੂਪੂਲੇਟ ਕਰਦੇ ਨੇ, ਆਪਣੇ ਤਰੀਕੇ ਨਾਲ ਉਹਨਾਂ ਲੋਕਾਂ ਦੇ ਉੱਤੇ ਲਾਗੂ ਕਰਦੇ ਨੇ। ਔਰ ਉਹਦਾ ਨਤੀਜਾ ਕੀ ਹੁੰਦਾ ਹੈ ਕਿ ਜਿਹੜਾ ਕਾਨੂੰਨ ਕਿਹਾ ਜਾਂਦਾ ਕਿ ਕਾਨੂੰਨ ਦਾ ਰਾਜ ਹੈ, ਉਹ ਕਾਨੂੰਨ ਦਾ ਰਾਜ ਉੱਪਰਲੇ ਇਹਨਾਂ ਆਪਣੇ ਤਰੀਕੇ ਦੇ ਨਾਲ ਜਿਹੜੀਆਂ ਵੱਖ-ਵੱਖ, ਮੈਂ ਨੈਕਸਸ ਦੀ ਗੱਲ ਕਰ ਰਿਹਾ, ਇਹ ਆਪਣੇ ਤਰੀਕੇ ਨਾਲ ਉਸ ਕਾਨੂੰਨ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਦੇ ਨੇ, ਜਾਂ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ, ਜਾਂ ਲਾਗੂ ਕਰਨ ਦੀ ਕੋਸ਼ਿਸ਼ ਕਰਦੇ ਨੇ। ਸੋ ਉਹਦਾ ਨਤੀਜਾ ਕੀ ਹੁੰਦਾ ਹੈ ਕਿ ਆਮ ਬੰਦਾ ਜਿਹੜਾ ਹੈਗਾ, ਗਰੀਬ ਤਬਕਾ ਹੈ, ਉਹ ਕਾਨੂੰਨ ਤੋਂ ਵੀ ਵਾਂਝਾ ਰਹਿ ਜਾਂਦਾ ਹੈ, ਉਹ ਸਿਸਟਮ ਤੋਂ ਵੀ ਵਾਂਝਾ ਰਹਿੰਦਾ ਹੈ, ਔਰ ਉਹ ਆਮ ਜਿਵੇਂ ਆਪਾਂ ਕਹਿੰਦੇ ਕਿ ਬੁਨਿਆਦੀ ਸਹੂਲਤਾਂ ਨੇ, ਉਹਦੇ ਤੋਂ ਵੀ ਵਾਂਝਾ ਰਹਿ ਜਾਂਦਾ ਹੈ। ਸੋ ਨਤੀਜੇ ਵਜੋਂ ਕੀ ਹੁੰਦਾ ਹੈ ਕਿ ਸਮਾਜ ਦੇ ਵਿੱਚ ਜਿਹੜੇ ਨੇ ਵਰਗਾਂ ਦੀ ਵੰਡ ਹੋ ਜਾਂਦੀ ਹੈ। ਇੱਕ ਪਾਸੇ ਅਮੀਰ ਤਬਕਾ ਬਣ ਜਾਂਦਾ ਹੈ, ਔਰ ਹੌਲੀ ਹੌਲੀ ਉਹਨਾਂ ਕੋਲੇ ਜਿਹੜਾ ਹੈਗਾ ਸਾਰਾ ਪੈਸਾ ਆਉਂਦਾ ਜਾਂਦਾ, ਪੈਸਾ ਇਕੱਠਾ ਹੁੰਦਾ ਜਾਂਦਾ ਹੈ। ਸੋ ਦੂਜੇ ਪਾਸੇ ਗਰੀਬ ਤਬਕਾ ਜਿਹੜਾ ਹੁੰਦਾ ਹੈ, ਉਹ ਬਿਨਾਂ ਸਹੂਲਤਾਂ ਤੋਂ, ਬਿਨਾਂ ਕਿਸੇ ਰੋਟੀ ਪਾਣੀ ਤੋਂ, ਬਿਨਾਂ ਕੋਈ ਆਪਾਂ ਕਹਿੰਦੇ ਕੁੱਲੀ ਗੁੱਲੀ ਜੁੱਲੀ ਤੋਂ, ਉਹ ਆਪਣਾ ਦਿਨ ਕੱਟੀ ਕਰਦਾ ਹੈ। ਸੋ ਮੇਰਾ ਕਹਿਣ ਦਾ ਇਹ ਸਾਰੀਆਂ ਗੱਲਾਂ ਸਮਝਾਉਣ ਦਾ ਮਤਲਬ ਹੈ ਕਿ ਅਸੀਂ ਲਗਭਗ 70-75 ਸਾਲਾਂ ਦੀ ਆਜ਼ਾਦੀ ਤੋਂ ਬਾਅਦ ਅੱਜ ਅਸੀਂ ਇੱਥੇ ਆ ਕੇ ਖੜ ਗਏ ਕਿ ਇੱਕ ਪਾਸੇ ਉਹ ਤਬਕਾ ਹੈ ਜਿਹੜਾ ਸਾਰਾ ਕੁਝ ਕੰਟਰੋਲ ਕਰ ਰਿਹਾ, ਦੂਜੇ ਪਾਸੇ ਆਮ ਲੋਕ ਨੇ, ਜਿਵੇਂ ਖਾਸ ਤੌਰ ਤੇ ਵਲੰਟੀਅਰ ਵੀ ਜਿਹੜੇ ਹੈਗੇ ਨੇ ਪਾਰਟੀਆਂ ਦੇ, ਉਹ ਵੀ ਜਿਹੜੇ ਨੇ ਅੱਜ ਤਰਾਹ ਕਰ ਰਹੇ ਨੇ। ਸੋ 4.5 ਸਾਲਾਂ ਦੀ ਜਿਹੜੀ ਮੈਨੂੰ ਲੱਗਦਾ ਹੈ ਕਿ ਕਾਂਗਰਸ ਦੀ ਸੱਤਾ ਹੈ, ਇਹ ਉਹਦੇ ਉੱਤੇ ਇੱਕ ਕਿਸਮ ਦੀ ਚਪੇੜ ਹੈ, ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਸੱਤਾ ਨਹੀਂ ਹੈ। ਇਹਦਾ ਮਤਲਬ ਇਹ ਹੈ ਕਿ ਇਹ ਕਾਂਗਰਸ ਨੇ ਕੁਝ ਨਹੀਂ ਕੀਤਾ। ਜਿਹੜੀ ਕਾਂਗਰਸ ਕਹਿੰਦੀ ਸੀ ਕਿਸੇ ਵੇਲੇ, ਜਿਹੜੇ ਕੈਪਟਨ ਸਾਹਿਬ ਕਹਿੰਦੇ ਸੀਗੇ ਕਿ ਅਸੀਂ ਇੱਥੇ ਲਾਅ ਐਂਡ ਆਰਡਰ ਦੀ ਜਿਹੜੀ ਹੈਗੀ ਹੈ, ਉਹਦਾ ਕਾਨੂੰਨ ਲੈ ਕੇ ਆਵਾਂਗੇ, ਕਾਨੂੰਨੀ ਜਿਹੜਾ ਹੈਗਾ, ਜੋ ਸੰਵਿਧਾਨ ਦੇ ਵਿੱਚ ਕਾਨੂੰਨ ਹੈ ਉਹਦਾ ਰਾਜ ਹੋਏਗਾ, ਔਰ ਇੱਥੇ ਗੁੰਡਾਗਰਦੀ ਨੂੰ ਖਤਮ ਕਰਾਂਗੇ, ਇੱਥੇ ਅਸੀਂ ਨਸ਼ਿਆਂ ਨੂੰ ਖਤਮ ਕਰ ਦਾਂਗੇ, ਇੱਥੇ ਜਿਹੜਾ ਲੋਕਾਂ ਦੇ ਨਾਲ ਧੱਕਾ ਹੁੰਦਾ ਉਹਨੂੰ ਅਸੀਂ ਖਤਮ ਕਰਾਂਗੇ। ਬਹੁਤ ਸਾਰੇ ਜਿਹੜੇ ਵਾਅਦੇ ਕਰਕੇ ਔਰ ਆਪਣੇ ਮੈਨੀਫੈਸਟੋ ਦੇ ਵਿੱਚ ਬਕਾਇਦਾ ਤੌਰ ਤੇ ਗੱਲਾਂ ਲਿਖੀਆਂ ਸੀਗੀਆਂ ਕੈਪਟਨ ਸਾਹਿਬ ਨੇ ਜਾਂ ਕਾਂਗਰਸ ਨੇ ਕਿ ਇਹ ਸਾਰੀਆਂ ਚੀਜ਼ਾਂ ਅਸੀਂ ਇੱਥੇ ਨਹੀਂ ਹੋਣ ਦੇਵਾਂਗੇ। ਪਰ ਆਪਾਂ ਦੇਖ ਕੀ ਰਹੇ ਹਾਂ, ਪ੍ਰੈਕਟੀਕਲ ਕੀ ਦੇਖ ਰਹੇ ਹਾਂ ਕਿ ਉਹੀ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ ਜੋ ਕਿਸੇ ਵੇਲੇ ਅਕਾਲੀ ਦਲ ਬੀਜੇਪੀ ਸਰਕਾਰ 'ਚ ਹੁੰਦੀਆਂ ਸੀਗੀਆਂ, ਜੋ ਕਿਸੇ ਵੇਲੇ ਉਸ ਤੋਂ ਵੀ ਪਹਿਲਾਂ ਜਿਹੜੀਆਂ ਹੁੰਦੀਆਂ ਸੀਗੀਆਂ। ਉਹੀ ਸੇਮ ਗੱਲਾਂ ਜਿਹੜੀਆਂ ਨੇ, ਸਗੋਂ ਵਧੀਆ ਨੇ। ਆਪਾਂ ਇਹ ਨਹੀਂ ਕਹਿ ਸਕਦੇ ਕਿ ਘਟੀਆ ਨੇ ਉਹ ਗੱਲਾਂ, ਚਾਹੇ ਉਹ ਨਸ਼ਿਆਂ ਦਾ ਮੁੱਦਾ ਦੇਖ ਲਓ, ਚਾਹੇ ਕੋਈ ਹੋਰ, ਚਾਹੇ ਲਾਅ ਐਂਡ ਆਰਡਰ ਦਾ ਮੁੱਦਾ ਦੇਖ ਲਓ। ਉਹੀ ਚੀਜ਼ਾਂ ਜਿਹੜੀਆਂ ਨੇ ਉਹ ਲਗਭਗ ਚੱਲ ਰਹੀਆਂ ਨੇ ਜਿਹੜੀਆਂ ਕਿਸੇ ਵੇਲੇ ਪਹਿਲਾਂ ਚੱਲਦੀਆਂ ਸੀਗੀਆਂ। ਸੋ ਇਹ ਜਿਹੜਾ ਹੁਣ ਵਲੰਟੀਅਰ ਵਿਚਾਰਾ ਨੇ ਖੁਦਕੁਸ਼ੀ ਕੀਤੀ ਹੈ, ਆਪਣੇ ਆਪ ਨੂੰ ਖਤਮ ਕੀਤਾ ਹੈ, ਪਹਿਲੀ ਗੱਲ ਤਾਂ ਇਹਦੇ ਤੇ ਅਫਸੋਸ ਹੈ। ਔਰ ਇਹ ਗੱਲਾਂ ਜਿਹੜੀਆਂ ਨੇ ਇੱਥੋਂ ਤੱਕ ਨਹੀਂ ਪਹੁੰਚਣੀ ਚਾਹੀਦੀ ਸੀਗੀ। ਇਹ ਮੈਨੂੰ ਲੱਗਦਾ ਕਿ ਖੁਦਕੁਸ਼ੀ ਕਰਨਾ ਆਪਣੇ ਆਪ 'ਚ ਹੀ ਇੱਕ ਮਾੜੀ ਗੱਲ ਹੈ। ਜਦੋਂ ਕਿ ਮੈਂ ਇਹ ਕਹਿਣਾ ਕਿ ਉਹਨੂੰ ਅੰਦਰ ਰਹਿ ਕੇ ਸਟਰਗਲ ਕਰਨੀ ਚਾਹੀਦੀ, ਸੰਘਰਸ਼ ਕਰਨਾ ਚਾਹੀਦਾ ਸੀਗਾ, ਰੌਲਾ ਪਾਉਣਾ ਚਾਹੀਦਾ ਸੀਗਾ, ਬੋਲਣਾ ਚਾਹੀਦਾ ਸੀਗਾ, ਨਵਜੋਤ ਸਿੰਘ ਸਿੱਧੂ ਹੋਰਾਂ ਦੇ ਉੱਤੇ ਜਿਹੜਾ ਪ੍ਰੈਸ਼ਰ ਬਣਾਉਣਾ ਚਾਹੀਦਾ ਸੀਗਾ, ਤਾਂ ਕਿ ਇਹ ਗੱਲ ਜਿਹੜੀ ਹੈਗੀ ਨਾ ਵਾਪਰਦੀ। ਸੋ ਪਰ ਇਹ ਮਾੜੀ ਗੱਲ ਹੈ ਕਿ ਇਦਾਂ ਦੀ ਗੱਲ ਉਹਨਾਂ ਨੇ ਹਥਿਆਰ ਸੁੱਟੇ, ਸਿਸਟਮ ਦੇ ਅੱਗੇ ਉਹਨੇ ਹਥਿਆਰ ਸੁੱਟਤੇ। ਸੋ ਇਸ ਕਰਕੇ ਨਹੀਂ ਸੀ ਸੁੱਟਣੇ ਚਾਹੀਦੇ। ਸਗੋਂ ਇਸ ਵੇਲੇ ਆਪਾਂ ਨੌਜਵਾਨਾਂ ਨੂੰ ਆਪਣੇ ਇਸ ਮਾਧਿਅਮ ਦੇ ਰਾਹੀਂ ਇਹੀ ਸੁਨੇਹਾ ਦੇਵਾਂਗੇ ਕਿ ਕਦੇ ਵੀ ਕਿਉਂਕਿ ਤੁਹਾਡਾ ਕਸੂਰ ਨਹੀਂ ਹੈ, ਤੁਸੀਂ ਕਦੇ ਵੀ ਇਹਨਾਂ ਸਿਸਟਮ ਦੇ ਜਾਂ ਇਸ ਨੈਕਸਸ ਦੇ ਅੱਗੇ ਇਸ ਹਥਿਆਰ ਨਾ ਸੁੱਟੋ। ਸੰਘਰਸ਼ ਕਰੋ, ਲੜਾਈ ਕਰੋ, ਲੋਕ ਤੁਹਾਡਾ ਸਾਥ ਦੇਣਗੇ। ਐਸੀ ਗੱਲ ਨਹੀਂ ਹੈ ਕਿ ਹੌਲੀ ਹੌਲੀ ਇੱਕ ਇੱਕ ਕਰਕੇ, ਜਿਵੇਂ ਆਪਾਂ ਕਹਿੰਦੇ ਆ ਕਿ ਦੀਵੇ ਨਾਲ ਦੀਵਾ ਜਗਦਾ, ਜੋਤ ਨਾਲ ਜੋਤ ਜਗਦੀ ਹੈ, ਉਹਦੇ ਵਿੱਚੋਂ ਨਵੀਂ ਵਿਵਸਥਾ ਦਾ ਜਨਮ ਹੁੰਦਾ ਹੈ। ਸੋ ਇਸ ਕਰਕੇ ਇਹੀ ਆਪਾਂ ਨੌਜਵਾਨਾਂ ਨੂੰ, ਆਮ ਲੋਕਾਂ ਨੂੰ ਕਹਿਣਾ ਬਣਦਾ ਹੈ ਕਿ ਇਹ ਪਹਿਲੀ ਗੱਲ ਤਾਂ ਕਿ ਤੁਸੀਂ ਇਦਾਂ ਦੀਆਂ ਖੁਦਕੁਸ਼ੀਆਂ ਜਾਂ ਇਦਾਂ ਦਾ ਜਿਹੜਾ ਹੈਗਾ ਆਪਣੇ ਆਪ ਨੂੰ ਖਤਮ ਕਰ ਲੈਣਾ, ਇਹ ਬਿਲਕੁਲ ਗਲਤ ਗੱਲ ਹੈ, ਨਜਾਇਜ਼ ਗੱਲ ਹੈ, ਨਹੀਂ ਹੋਣੀ ਚਾਹੀਦੀ, ਇਹ ਗੈਰ ਕਾਨੂੰਨੀ ਹੈ। ਸੋ ਦੂਜੀ ਗੱਲ ਹੈ ਕਿ ਸਿਸਟਮ ਜਿਹੜਾ ਹੈਗਾ ਉਹਨੂੰ ਸਾਫ਼, ਉਹਦੇ ਵਿੱਚੋਂ ਸਫਾਈ ਦੇ ਲਈ ਸਾਨੂੰ ਅੱਗੇ ਆਉਣਾ ਚਾਹੀਦਾ ਹੈ, ਉਹਦੇ ਲਈ ਸਟਰਗਲ ਕਰਨੀ ਚਾਹੀਦੀ ਹੈ, ਇਕੱਠੇ ਹੋਣਾ ਚਾਹੀਦਾ ਹੈ। ਸੋ ਉਹਦੇ ਲਈ ਸਾਨੂੰ ਜਿਹੜਾ ਹੈਗਾ ਇਕੱਠੇ ਹੋ ਕੇ ਹੀ ਲੜਨਾ ਪੈਣਾ ਹੈ। ਨਹੀਂ ਤਾਂ ਕੀ ਹੋਏਗਾ ਕਿ ਜੇ ਅਸੀਂ ਏਦਾਂ ਹੀ ਹਥਿਆਰ ਸੁੱਟਦੇ ਰਵਾਂਗੇ, ਏਦਾਂ ਹੀ ਖੁਦਕੁਸ਼ੀਆਂ ਕਰਦੇ ਰਵਾਂਗੇ, ਤਾਂ ਇੰਨਾ ਹੀ ਲੁਟੇਰੇ ਸਿਸਟਮ ਨੂੰ ਹੋਰ ਮੌਕਾ ਮਿਲੇਗਾ। ਉਹ ਤਾਂ ਚਾਹੁੰਦੇ ਨੇ ਕਿ ਤੁਸੀਂ ਮਰੋ ਖਪੋ, ਠੀਕ ਹੈ ਨਾ, ਪਹਿਲਾਂ ਹੀ ਚਾਹੁੰਦੇ ਨੇ ਕਿ ਤੁਸੀਂ ਸਾਡੇ ਤੋਂ ਸਵਾਲ ਨਾ ਪੁੱਛੋ, ਸਾਡੇ ਬਰਾਬਰ ਖੜੇ ਨਾ ਹੋਵੋ, ਤੁਸੀਂ ਜੋ ਕੁਝ ਕਰਨਾ ਕਰੀ ਜਾਓ, ਚਾਹੇ ਮਰ ਜਾਓ, ਚਾਹੇ ਖਪ ਜਾਓ, ਚਾਹੇ ਕੁਝ ਹੋਰ ਕਰੋ, ਠੀਕ ਹੈ ਨਾ, ਚਾਹੇ ਬਾਹਰ ਚਲੇ ਜਾਓ, ਫੋਰਨ 'ਚ ਚਲੇ ਜਾਓ, ਇਹੀ ਚਾਹੁੰਦੇ ਨੇ ਉਹ।
ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਸਾਨੂੰ ਲੜਨ ਦੀ ਲੋੜ ਹੈ, ਇਸ ਵੇਲੇ ਸੰਘਰਸ਼ ਕਰਨ ਦੀ ਲੋੜ ਹੈ। ਚਾਹੇ ਕਿਸੇ ਦੀ ਵੀ ਸੱਤਾ ਆਉਂਦੀ ਹੈ, ਚਾਹੇ ਅਕਾਲੀ ਦਲ ਦੀ ਆਉਂਦੀ ਹੈ, ਚਾਹੇ ਬੀਜੇਪੀ ਦੀ ਆਉਂਦੀ ਹੈ, ਚਾਹੇ ਆਮ ਆਦਮੀ ਪਾਰਟੀ ਦੀ ਸੱਤਾ ਆਉਂਦੀ ਹੈ, ਚਾਹੇ ਕਾਂਗਰਸ ਦੀ ਸੱਤਾ ਹੈ, ਉਸ ਸੱਤਾ ਦੇ ਅੱਗੇ ਸਾਨੂੰ ਲੜ ਕੇ ਖੜ ਕੇ ਜਿਹੜਾ ਹੈਗਾ ਲੜਨ ਦੀ ਲੋੜ ਹੈ, ਨਾ ਕਿ ਇਦਾਂ ਦੀ ਹਥਿਆਰ ਸੁੱਟ ਕੇ ਆਪਣੇ ਆਪ ਨੂੰ ਖਤਮ ਕਰਨ ਦੀ। ਜੀ ਸੁਖਿੰਦਰ ਜੀ, ਯਕੀਨਨ ਜਿਹੜਾ ਖੁਦਕੁਸ਼ੀ ਹੈ ਉਹ ਕਿਸੇ ਸਮੱਸਿਆ ਦਾ ਹੱਲ ਨਹੀਂ ਅਕਸਰ ਕਿਹਾ ਜਾਂਦਾ, ਪਰ ਜਿਨ੍ਹਾਂ ਹਾਲਾਤਾਂ ਦੇ ਵਿੱਚ ਉਸ ਵਰਕਰ ਨੇ ਖੁਦਕੁਸ਼ੀ ਕੀਤੀ ਹੈ, ਸ਼ਾਇਦ ਉਸ ਦੀ ਆਵਾਜ਼ ਅੱਜ ਪੂਰੀ ਕਾਂਗਰਸ ਦੀ ਲੀਡਰਸ਼ਿਪ ਹਾਈ ਕਮਾਂਡ ਤੱਕ ਜੋ ਆਰਾਮ ਨਾਲ ਬਹਿ ਕੇ ਇਹਨੂੰ ਸੁਣਨ, ਤਾਂ ਉਹਨਾਂ ਨੂੰ ਉਹਦੇ ਵਿੱਚੋਂ ਪੰਜਾਬ ਦੀ ਪੰਜਾਬੀਆਂ ਦੀ ਇੱਕ ਚੀਜ਼ ਸੁਣਾਈ ਦੇਗੀ। ਇਹ ਮੈਂ ਵਾਰ-ਵਾਰ ਇਸ ਕਰਕੇ ਕਹਿ ਰਿਹਾ ਕਿਉਂਕਿ ਇਹ ਪੰਜਾਬ ਦੇ ਵਿੱਚ ਵਾਪਰ ਰਿਹਾ। ਸਿੱਧੂ ਸਾਹਿਬ ਨੂੰ ਇਕੱਲੇ ਉਸ ਵਰਕਰ ਦੀ ਗੱਲ ਹੀ ਨਹੀਂ, ਪੂਰੇ ਪੰਜਾਬ ਦੀ ਸੁਣਨੀ ਪੈਣੀ ਹੈ। ਜੇ ਵਾਕਈ ਤੁਸੀਂ ਪੰਜਾਬ ਹਿਤੈਸ਼ੀ ਬਣ ਕੇ ਕੰਮ ਕਰਨਾ ਤਾਂ ਲੋਕਾਂ ਦੇ ਨਾਲ ਮੋਢਾ ਜੋੜ ਕੇ ਖੜਨਾ ਪੈਣਾ। ਤੁਹਾਡਾ ਜਾਣਾ ਬਣਦਾ ਸੀ, ਤੁਸੀਂ ਉਹਨਾਂ ਦੇ ਘਰ ਗਏ, ਪਰ ਇੱਧਰ ਪੂਰਾ ਪੰਜਾਬ ਜਿਹੜਾ ਉਹ ਨਵਜੋਤ ਸਿੱਧੂ ਨੂੰ ਇਸੇ ਤਰੀਕੇ ਨਾਲ ਉਡੀਕ ਰਿਹਾ ਕਿ ਉਹ ਸਾਡੀਆਂ ਸਮੱਸਿਆਵਾਂ, ਭਾਵੇਂ ਉਹ ਆਰਥਿਕ ਤੌਰ ਤੇ ਨੇ, ਭਾਵੇਂ ਉਹ ਮਾਨਸਿਕ ਤੌਰ ਤੇ ਨੇ, ਸਿਸਟਮ ਦੇ ਵਿੱਚ ਜਕੜੇ ਹੋਏ ਨੇ, ਉਹ ਸੁਣਨ। ਅਗਲੀ ਖਬਰ ਅਸੀਂ ਗੱਲਬਾਤ ਕਰਦੇ ਹਾਂ ਡਾਕਟਰ ਸਾਹਿਬ ਕਿ ਰਾਕੇਸ਼ ਅਸਥਾਨਾ ਪੁਲਿਸ ਕਮਿਸ਼ਨਰ ਬਣਾਇਆ ਗਿਆ। ਕੇਜਰੀਵਾਲ ਸਰਕਾਰ ਉਹ ਲਗਾਤਾਰ ਉਸ ਦੇ ਵਿਰੋਧ ਵਿੱਚ ਹੈ, ਪਰ ਕੇਂਦਰ ਸਰਕਾਰ ਜਿਹੜੀ ਹੈ ਉਹਦਾ ਹੱਥ ਪੂਰਾ ਗ੍ਰਹਿ ਮੰਤਰਾਲੇ ਦਾ ਉੱਪਰ ਹੈ, ਕਿਉਂਕਿ ਕੇਂਦਰ ਦੇ ਅੰਡਰ ਸਾਰੀ ਗ੍ਰਹਿ ਮੰਤਰਾਲੇ ਦੇ ਅੰਦਰ ਅਮਿਤ ਸ਼ਾਹ ਜੀ ਦੇ ਅੰਡਰ ਪੁਲਿਸ ਜਿਹੜੀ ਦਿੱਲੀ ਦੀ ਉਹ ਕੰਮ ਕਰਦੀ ਹੈ। ਅੱਗੋਂ 15 ਅਗਸਤ ਵੀ ਆ ਰਹੀ ਹੈ, ਕਿਸਾਨਾਂ ਦਾ ਅੰਦੋਲਨ ਵੀ ਚੱਲ ਰਿਹਾ। ਰਾਹੁਲ ਗਾਂਧੀ ਦੇ ਟਰੈਕਟਰ ਮਾਰਚ ਨੂੰ ਕਹਿੰਦੇ ਸ਼ਾਇਦ ਆਧਾਰ ਬਣਾ ਕੇ ਦੇਖਿਆ ਜਾ ਰਿਹਾ ਕਿ ਉਹ ਕਿੱਦਾਂ ਟਰੈਕਟਰ ਲੈ ਕੇ ਪਾਰਲੀਮੈਂਟ ਤੱਕ ਪਹੁੰਚ ਗਏ। ਇਹ ਪੁਲਿਸ ਦੀ ਕਿਤੇ ਨਾ ਕਿਤੇ ਕਮਜ਼ੋਰੀ ਰਹੀ ਹੈ। ਇਸ ਕਰਕੇ ਇੱਕ ਮਜ਼ਬੂਤ ਅਧਿਕਾਰੀ ਨੂੰ ਲਿਆ ਕੇ ਇੱਥੇ ਦਿੱਲੀ ਦਾ ਪੁਲਿਸ ਕਮਿਸ਼ਨਰ ਬਣਾਇਆ ਗਿਆ। ਇਹਨੂੰ ਕਿੱਦਾਂ ਦੇਖਦੇ? ਸੁਖਵਿੰਦਰ ਜੀ, ਜਿਹੜੀ ਦਿੱਲੀ ਦੀ ਪੁਲਿਸ ਹੈ, ਪਹਿਲੀ ਗੱਲ ਤਾਂ ਆਪਾਂ ਦਰਸ਼ਕਾਂ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਜਿਵੇਂ ਸਾਡੇ ਪੰਜਾਬ ਦੇ ਵਿੱਚ ਪੁਲਿਸ ਜਿਹੜੀ ਹੈ ਉਹ ਸਰਕਾਰ ਦੇ ਕੰਟਰੋਲ 'ਚ ਹੁੰਦੀ ਹੈ, ਮੁੱਖ ਮੰਤਰੀ ਦੇ, ਗ੍ਰਹਿ ਮੰਤਰੀ ਦੇ ਕੰਟਰੋਲ 'ਚ ਹੁੰਦੀ ਹੈ, ਪਰ ਦਿੱਲੀ ਦੀ ਹਾਲਤ ਬਿਲਕੁਲ ਵੱਖਰੀ ਹੈ। ਦਿੱਲੀ ਦੇ ਵਿੱਚ ਉੱਥੋਂ ਦੇ ਜਿਹੜੇ ਮੁੱਖ ਮੰਤਰੀ ਨੇ ਕੇਜਰੀਵਾਲ ਜੀ, ਉਹਨਾਂ ਦੇ ਕੰਟਰੋਲ 'ਚ ਪੁਲਿਸ ਨਹੀਂ ਹੈ। ਕਈ ਵਾਰੀ ਇਹ ਸਮਝ ਲਿਆ ਜਾਂਦਾ ਹੈ ਕਿ ਇਹ ਕਿਹਾ ਜਾਂਦਾ ਹੈ ਕਿ ਜਦੋਂ ਵੀ ਉੱਥੇ ਕੋਈ ਪੁਲਿਸ ਲਾਠੀ ਚਾਰਜ ਕਰਦੀ ਹੈ ਜਾਂ ਪੁਲਿਸ ਕੇਸ ਬਣਾਉਂਦੀ ਹੈ ਤਾਂ ਇਹ ਲੋਕ ਇਹ ਸਮਝ ਲੈਣ ਕਿ ਸ਼ਾਇਦ ਦਿੱਲੀ ਦੀ ਸਰਕਾਰ ਨੇ ਸਾਰਾ ਕਰਵਾਤਾ। ਪਰ ਇਹ ਇੱਥੇ ਗੱਲ ਸਮਝਣ ਵਾਲੀ ਹੈ ਕਿ ਜਿਹੜੀ ਦਿੱਲੀ ਦੀ ਪੁਲਿਸ ਹੈ ਉਹ ਕੇਂਦਰ ਸਰਕਾਰ ਦੇ ਕੰਟਰੋਲ 'ਚ ਹੈ, ਗ੍ਰਹਿ ਮੰਤਰਾਲੇ ਦੇ ਕੰਟਰੋਲ 'ਚ ਹੈ, ਜਿਹੜਾ ਸੈਂਟਰ ਦਾ ਗ੍ਰਹਿ ਮੰਤਰਾਲਾ ਹੈ। ਸੋ ਇਸ ਕਰਕੇ ਦੋਨਾਂ ਦੀ ਆਪਾਂ ਨੂੰ ਪਤਾ ਹੈ ਕਿ ਵੱਖਰੀ ਸਰਕਾਰ ਹੈ, ਸੈਂਟਰ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ, ਔਰ ਜੇ ਆਪਾਂ ਦਿੱਲੀ ਦੀ ਗੱਲ ਕਰੀਏ ਤਾਂ ਉੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਔਰ ਦੋਨਾਂ ਸਰਕਾਰਾਂ ਦੇ ਵਿੱਚ ਇੱਟ ਖੜਿੱਕਾ ਜਿਹੜਾ ਹੈਗਾ ਬਣਿਆ ਰਹਿੰਦਾ ਹੈ, ਲਗਾਤਾਰ ਬਣਿਆ ਹੋਇਆ। ਜਦੋਂ ਤੋਂ ਆਪਾਂ ਨੂੰ ਪਤਾ ਹੈ ਕਿ ਸਰਕਾਰਾਂ ਵੱਖਰੀਆਂ ਵੱਖਰੀਆਂ ਨੇ, ਵਿਚਾਰਧਾਰਾਵਾਂ ਵੱਖਰੀਆਂ ਵੱਖਰੀਆਂ ਨੇ, ਕੰਮ ਕਰਨ ਦੇ ਤਰੀਕੇ ਵੱਖਰੇ ਵੱਖਰੇ ਨੇ। ਇਸ ਕਰਕੇ ਇੱਕ ਸਰਕਾਰ ਦੂਜੀ ਸਰਕਾਰ ਨੂੰ ਠਿੱਬੀ ਲਾਉਣ ਦੇ ਵਿੱਚ ਕੋਸ਼ਿਸ਼ ਕਰਦੀ ਹੈ ਕਿ ਇਹਨਾਂ ਨੂੰ ਜਿਹੜਾ ਹੈਗਾ ਕਿਵੇਂ ਨਾ ਕਿਵੇਂ ਅਸੀਂ ਲੋਕਾਂ ਦੇ ਵਿੱਚ ਪਪੂਲਰ ਹੋਈਏ ਔਰ ਲੋਕਾਂ ਦੇ ਵਿੱਚ ਆਪਣੀ ਜਿਹੜੀ ਹੈਗੀ ਆ ਪਪੂਲੈਰਿਟੀ ਬਣਾ ਕੇ ਅਸੀਂ ਵੋਟ ਬੈਂਕ ਆਪਣਾ ਖੜਾ ਕਰੀਏ। ਉਹ ਵੋਟ ਬੈਂਕ ਦੀ ਰਾਜਨੀਤੀ ਕਰਦਿਆਂ ਜਿਹੜੀ ਹੈਗੀ ਆਪਸ ਦੇ ਵਿੱਚ ਪੁਲਿਸ ਨੂੰ ਦੋਨੋਂ ਪਾਰਟੀਆਂ ਜਿਹੜੀਆਂ ਨੇ ਵਰਤਣ ਦੀ ਕੋਸ਼ਿਸ਼ ਕਰਦੀਆਂ ਨੇ। ਤੁਸੀਂ ਦੇਖੋਗੇ ਕਿ ਜਿਹੜੇ ਅਸਥਾਨਾ ਜੀ ਲਾਏ ਨੇ, ਅਸਥਾਨਾ ਜੀ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਜੇ ਆਪਾਂ ਇਹਨਾਂ ਦਾ ਰਿਕਾਰਡ ਦੇਖਦੇ ਹਾਂ ਤਾਂ ਇਹ ਬੀਜੇਪੀ ਦੇ ਬਹੁਤ ਖਾਸ ਮੰਨੇ ਜਾਂਦੇ ਨੇ। ਉਹਨਾਂ ਦੇ ਲਈ ਚੰਦਾ ਇਕੱਠਾ ਵੀ ਕਰਦੇ ਰਹੇ ਨੇ, ਉਹਨਾਂ ਦੇ ਲਈ ਹੋਰ ਜਿਹੜੇ ਪੁਲਿਸ ਤੋਂ ਕੰਮ ਲਏ ਜਾਂਦੇ ਨੇ ਉਹ ਅਫਸਰਾਂ ਦੇ ਰਾਹੀਂ, ਜਿਵੇਂ ਆਪਾਂ ਪਹਿਲਾਂ ਪਿਛਲੀ ਖਬਰ ਦੇ ਉੱਤੇ ਗੱਲ ਕਰ ਰਹੇ ਹਾਂ ਕਿ ਜਿਨ੍ਹਾਂ ਦਾ ਨੈਕਸਸ ਹੈ, ਜਿਨ੍ਹਾਂ ਦਾ, ਔਰ ਨੈਕਸਸ ਦੀ ਜਦੋਂ ਗੱਲ ਹੁੰਦੀ ਹੈ ਕਿ ਪੋਲੀਟੀਕਲ ਪਾਰਟੀਆਂ ਤੇ ਅਫਸਰਸ਼ਾਹੀ ਦਾ ਔਰ ਪੁਲਿਸ ਦਾ ਨੈਕਸਸ ਹੈ, ਉਹ ਵੀ ਉਹਨਾਂ ਤੋਂ ਕੰਮ ਲਿਆ ਜਾਂਦਾ ਹੈ। ਸੋ ਉਸ ਰਾਹੀਂ ਜਿਹੜਾ ਹੈਗਾ ਕੱਲ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਸੀਗਾ ਦਿੱਲੀ ਦਾ, ਤਾਂ ਉਹਦੇ ਵਿੱਚ ਬਕਾਇਦਾ ਤੌਰ ਤੇ ਇਹ ਮਤਾ ਪਾਸ ਕੀਤਾ ਗਿਆ ਕਿ ਅਸੀਂ ਇਸ ਤਰ੍ਹਾਂ ਦੀਆਂ ਜਿਹੜੀਆਂ ਪੋਲੀਟੀਕਲ ਪੋਸਟਾਂ ਜਿਹੜੀਆਂ ਉਹਦੇ ਉੱਤੇ ਜਿਹੜੀਆਂ ਨੇ ਇਦਾਂ ਦੇ ਬੰਦੇ ਲਾਏ ਜਾਂਦੇ ਨੇ, ਆਪਣੇ ਖਾਸ ਬੰਦੇ ਲਾਏ ਜਾਂਦੇ ਨੇ, ਔਰ ਉਹਨਾਂ ਦਾ ਪੋਸਟਾਂ ਦਾ ਪੋਲੀਟੀਕਾਈਜੇਸ਼ਨ ਜਿਹੜੀ ਹੈਗੀ ਹੈ, ਉਹਨਾਂ ਦਾ ਸਿਆਸੀਕਰਨ ਜਦੋਂ ਕੀਤਾ ਜਾਂਦਾ ਹੈ ਤਾਂ ਉਹਨਾਂ ਨੇ ਮਤਾ ਪਾਸ ਕਰਕੇ ਇਹਨੂੰ ਰੱਦ ਕੀਤਾ ਹੈ, ਇਸ ਪੋਸਟ ਨੂੰ। ਔਰ ਇਹੀ ਕਿਹਾ ਹੈ ਕਿ ਜਿਹਦੀ ਵੀ ਥੱਲਿਓਂ ਵਾਰੀ ਆਉਂਦੀ ਹੈ, ਜਿਹਦਾ ਇੱਕ ਜੈਨੂਅਨ ਥੱਲਿਓਂ ਵਾਰੀ ਹੈ, ਕਿ ਇਹ ਨਹੀਂ ਕਿ ਬਾਹਰੋਂ ਲਿਆ ਕੇ ਤੁਸੀਂ ਜਿਹੜਾ ਬੰਦਾ, ਜਿਵੇਂ ਤੁਸੀਂ ਵੀ ਕਹਿ ਰਹੇ ਹੋ ਕਿ ਜਿਹੜਾ ਬੰਦਾ ਰਿਟਾਇਰਮੈਂਟ ਬਿਲਕੁਲ 2 ਦਿਨ ਦੀ ਗੱਲ ਹੈ, 3 ਦਿਨ ਦੀ ਗੱਲ ਹੈ, ਤਾਂ ਉਸ ਨੂੰ ਤੁਸੀਂ ਦੁਬਾਰਾ ਇੰਪਲਾਇਮੈਂਟ ਦੇ ਕੇ ਦੁਬਾਰਾ ਲੋਕਾਂ ਦੇ ਉੱਤੇ ਥੋਪੋ। ਇਹ ਆਪਣੇ ਆਪ 'ਚ ਉਹਨਾਂ ਨੇ ਕਿਹਾ ਕਿ ਗੈਰ ਸੰਵਿਧਾਨਿਕ ਹੈ। ਸੋ ਜਦੋਂ ਅਸੀਂ ਸੰਵਿਧਾਨ ਦੀ ਗੱਲ ਕਰਦੇ ਹਾਂ ਤਾਂ ਦਿੱਲੀ ਸਰਕਾਰ ਦੇ ਉੱਤੇ ਆਪਾਂ ਨੂੰ ਵੀ ਪਤਾ ਹੈ ਕਿ ਕਿਵੇਂ ਲਗਾਤਾਰ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਔਰ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਵੀ
ਪਾਲਿਸੀਆਂ ਲੈ ਕੇ ਆਉਂਦੀ ਹੈ ਦਿੱਲੀ ਸਰਕਾਰ, ਚਾਹੇ ਉਹ ਰਾਸ਼ਨ ਪਹੁੰਚਾਉਣ ਦੀ ਗੱਲ ਹੋਵੇ, ਚਾਹੇ ਕੋਵਿਡ ਦੇ ਦੌਰਾਨ ਜਿਹੜੀਆਂ ਵੱਖ-ਵੱਖ ਨੀਤੀਆਂ ਅਪਣਾਉਣ ਦੀ ਗੱਲ ਹੋਵੇ, ਆਕਸੀਜਨ ਦੀ ਗੱਲ ਹੋਵੇ, ਲਗਾਤਾਰ ਜਿਹੜੀ ਹੈਗੀ ਆ ਸੈਂਟਰ ਸਰਕਾਰ ਨੇ ਸ਼ਿਕੰਜਾ ਕੱਸਣ ਦੀ ਕੋਸ਼ਿਸ਼ ਕੀਤੀ ਹੈ। ਔਰ ਹੁਣ ਉਹ ਅਗਲਾ ਸ਼ਿਕੰਜਾ ਇਹ ਕੱਸਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਦਿੱਲੀ ਪੁਲਿਸ ਨੂੰ ਜਿਹੜੀ ਹੈਗੀ ਆ ਵਰਤ ਕੇ ਕਿਵੇਂ ਨਾ ਕਿਵੇਂ ਜਿਹੜੀਆਂ ਆਉਣ ਵਾਲੀਆਂ ਸਟਰਗਲਸ ਹੋਣਗੀਆਂ ਜਾਂ ਆਉਣ ਵਾਲੇ ਕਿਵੇਂ, ਜਿਵੇਂ ਤੁਸੀਂ ਕਹਿ ਰਹੇ ਹੋ ਕਿਸਾਨ ਵੀ ਬੈਠੇ ਨੇ, ਤਾਂ ਕਿਸਾਨਾਂ ਦੇ ਉੱਤੇ ਕਿਵੇਂ ਸ਼ਿਕੰਜਾ ਕੱਸਿਆ ਜਾਏਗਾ, ਇਸ ਸਟਰਗਲ ਨੂੰ ਕਿਵੇਂ ਪਿੱਛੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾਏਗੀ ਪੁਲਿਸ ਦੇ ਰਾਹੀਂ। ਸੋ ਪੂਰੀ ਦੀਆਂ ਪੂਰੀਆਂ ਇੱਕ ਪਲੈਨਿੰਗ ਇਹਦੇ ਪਿੱਛੇ ਲੱਗ ਰਹੀ ਹੈ ਕਿ ਕੇਂਦਰ ਸਰਕਾਰ ਜਿਹੜੀ ਹੈਗੀ, ਗ੍ਰਹਿ ਮੰਤਰਾਲਾ ਜਿਹੜਾ ਹੈਗਾ, ਪੁਲਿਸ ਦੇ ਰਾਹੀਂ ਆਪਣਾ ਕੰਮ ਕਰਨਾ ਚਾਹੁੰਦਾ ਹੈ। ਹੋਰ ਤਾਂ ਉਹਨਾਂ ਨੂੰ ਕੋਈ ਹੁਣ ਰਸਤਾ ਲੱਭ ਨਹੀਂ ਰਿਹਾ। ਗੱਲਬਾਤ ਤੋਂ ਉਹ ਥਿੜਕ ਚੁੱਕੇ ਨੇ, ਗੱਲਬਾਤ ਤੋਂ ਨਹੀਂ ਕਰਨਾ ਚਾਹੁੰਦੇ, ਪਰ ਹੁਣ ਉਹ ਕਿਵੇਂ ਨਾ ਕਿਵੇਂ ਪੁਲਿਸ ਦੇ ਰਾਹੀਂ ਪਹਿਲਾਂ ਵੀ ਕਰਦੇ ਰਹੇ ਨੇ, ਹੁਣ ਵੀ ਜਿਹੜਾ ਨਾ ਇਸ ਨੂੰ ਹੋਰ ਤੇਜ਼ ਕਰਨਾ ਚਾਹੁੰਦੇ ਨੇ, ਹੋਰ ਇਸ ਨੂੰ ਛੜਯੰਤਰ ਦੇ ਵਿੱਚ ਫਸਾ ਕੇ ਲੋਕਾਂ ਨੂੰ, ਖਾਸ ਤੌਰ ਤੇ ਐਮਐਲਏ ਸਾਹਿਬਾਨ ਦਿੱਲੀ ਦੇ ਇਹ ਕਹਿ ਰਹੇ ਨੇ ਕਿ ਸਾਨੂੰ ਫੜ ਕੇ ਜਿਹੜਾ ਹੈਗਾ ਜੇਲ੍ਹਾਂ 'ਚ ਡੱਕਿਆ ਜਾ ਰਿਹਾ, ਥਾਣਿਆਂ 'ਚ ਡੱਕਿਆ ਜਾ ਰਿਹਾ, ਬੇਕਸੂਰ ਦੇ ਉੱਤੇ ਜਿਹੜਾ ਹੈਗਾ ਕੇਸ ਬਣਾਏ ਜਾ ਰਹੇ ਨੇ। ਸੋ ਇਸ ਤਰ੍ਹਾਂ ਦੇ ਹਾਲਾਤ ਜਦੋਂ ਪੈਦਾ ਕਰ ਦੋਗੇ ਦਿੱਲੀ ਦੇ ਵਿੱਚ, ਤਾਂ ਲਾਜ਼ਮੀ ਤੌਰ ਤੇ ਦਿੱਲੀ ਦੀ ਜਿਹੜੀ ਸਰਕਾਰ ਦੇ ਲਈ ਕਾਰਜ ਕਰਨਾ ਔਖਾ ਹੋ ਜਾਏਗਾ। ਸੋ ਉਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਸਾਰੀ ਜਿਹੜੀ ਹੈਗੀ ਹੈ ਐਂਟਰੀ ਅਸਥਾਨਾ ਜੀ ਦੀ ਹੋ ਰਹੀ ਹੈ, ਉਹਨਾਂ ਨੂੰ ਦਿੱਲੀ ਪੁਲਿਸ ਦਾ ਮੁਖੀ ਬਣਾਇਆ ਜਾ ਰਿਹਾ। ਸੋ ਇਹ ਇੱਕ ਕਿਸਮ ਦੀ ਗੈਰ ਕਾਨੂੰਨੀ ਜਿਹੜੀ ਹੈਗੀ ਹੈ, ਆਪਾਂ ਕਹਿ ਸਕਦੇ ਹਾਂ ਕਿ ਇਹ ਗੈਰ ਕਾਨੂੰਨੀ ਪੋਸਟਿੰਗ ਹੋਈ ਹੈ। ਔਰ ਜਿਵੇਂ ਦਿੱਲੀ ਸਰਕਾਰ ਚਾਹੁੰਦੀ ਹੈ, ਇਹ ਮੈਨੂੰ ਲੱਗਦਾ ਹੈ ਕਿ ਜੇਕਰ ਆਪਾਂ ਕਹਿੰਦੇ ਹਾਂ ਕਿ ਅਸੀਂ ਫੈਡਰਲ ਢਾਂਚੇ ਨੂੰ ਮੰਨਦੇ ਹਾਂ, ਜੇ ਇੱਕ ਫੈਡਰਲ ਢਾਂਚਾ ਦੇਖਿਆ ਜਾਏ ਤਾਂ ਫੈਡਰਲ ਢਾਂਚੇ ਦੀ ਬੁਨਿਆਦੀ ਲੋੜ ਇਹੀ ਹੈ ਕਿ ਚਾਹੇ ਉਹ ਪੁਲਿਸ ਹੈ, ਚਾਹੇ ਹੋਰ ਬੁਨਿਆਦੀ ਅਧਿਕਾਰ ਨੇ, ਜਿਹੜੀ ਵੀ ਚੁਣੀ ਹੋਈ ਸਰਕਾਰ ਹੈ, ਇਹ ਹੱਕ ਉਹਨਾਂ ਨੂੰ ਹੋਣੇ ਚਾਹੀਦੇ ਨੇ। ਔਰ ਖਾਸ ਤੌਰ ਤੇ ਜੇ ਕੋਈ, ਮੈਨੂੰ ਲੱਗਦਾ ਹੈ ਕਿ ਪੁਲਿਸ ਦੀ ਜਾਂ ਕੋਈ ਹੋਰ ਅਧਿਕਾਰੀਆਂ ਨੂੰ ਤੁਸੀਂ ਲਾਉਣਾ ਹੈ ਤਾਂ ਦੋਨਾਂ ਦੀ ਰਜ਼ਾਮੰਦੀ ਦੇ ਨਾਲ ਹੋਣਾ ਚਾਹੀਦਾ ਹੈ, ਚਾਹੇ ਉਹ ਦਿੱਲੀ ਸਰਕਾਰ ਹੈ, ਚਾਹੇ ਗ੍ਰਹਿ ਮੰਤਰਾਲਾ ਹੈ, ਚਾਹੇ ਸੈਂਟਰ ਸਰਕਾਰ ਹੈ। ਜਦੋਂ ਤੁਸੀਂ ਪੋਸਟਿੰਗਾਂ ਕਰਦੇ ਹੋ ਤਾਂ ਮੈਨੂੰ ਇਹ ਲੱਗਦਾ ਹੈ ਕਿ ਜੇ ਆਪਾਂ ਸੁਝਾਅ ਦੇਣਾ ਹੋਵੇ ਤਾਂ ਲਾਜ਼ਮੀ ਤੌਰ ਤੇ ਦੋਨਾਂ ਦੀ ਰਜ਼ਾਮੰਦੀ ਦੇ ਨਾਲ ਹੀ ਜਿਹੜਾ ਹੈਗਾ ਕਿਸੇ ਵੀ ਅਧਿਕਾਰੀ ਨੂੰ, ਕਿਸੇ ਵੀ ਅਫਸਰ ਨੂੰ ਜਾਂ ਕਿਸੇ ਵੀ ਪੁਲਿਸ ਅਫਸਰ ਨੂੰ ਲਾਉਣਾ ਹੈ ਤਾਂ ਉਸ ਤੋਂ ਬਿਨਾਂ ਨਹੀਂ ਲਾਉਣਾ ਚਾਹੀਦਾ। ਪਰ ਹੁਣ ਕਿਉਂਕਿ ਵਿਰੋਧ ਹੋਇਆ ਹੈ ਤਾਂ ਮੈਨੂੰ ਲੱਗਦਾ ਹੈ ਕਿ ਸੈਂਟਰ ਸਰਕਾਰ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਹੈ, ਗ੍ਰਹਿ ਮੰਤਰਾਲੇ ਨੂੰ ਸੋਚਣਾ ਚਾਹੀਦਾ ਹੈ, ਕੋਈ ਹੋਰ ਬੰਦਾ, ਸਾਂਝਾ ਬੰਦਾ ਜਿਹੜਾ ਹੈਗਾ, ਜਿਹੜਾ ਉਹਨਾਂ ਨੂੰ ਲੱਗਦਾ ਹੈ ਕਿ ਦੋਵਾਂ ਧਿਰਾਂ ਦਾ ਸਾਂਝਾ ਹੋਵੇ, ਉਸ ਨੂੰ ਹੀ ਇਹ ਪੋਸਟਿੰਗ ਦੇਣੀ ਚਾਹੀਦੀ ਹੈ, ਉਸ ਨੂੰ ਹੀ ਅਫਸਰ ਲਾਉਣਾ ਚਾਹੀਦਾ, ਉਸ ਨੂੰ ਇੱਥੇ ਜਿਹੜਾ ਹੈਗਾ ਦਿੱਲੀ ਪੁਲਿਸ ਦੇ ਉੱਤੇ ਜਿਹੜਾ ਹੈਗਾ ਕਮਿਸ਼ਨ ਦੇ ਤੌਰ ਤੇ ਲਾਉਣਾ ਚਾਹੀਦਾ। ਪਰ ਜਦੋਂ ਹੁਣ ਰੌਲਾ ਪਿਆ ਤਾਂ ਇਹਨੂੰ ਜਿਹੜਾ ਹੈਗਾ ਦੁਬਾਰਾ ਵਿਚਾਰਨ ਦੀ ਲੋੜ ਦਿੱਲੀ ਸਰਕਾਰ, ਦੋਵਾਂ ਧਿਰਾਂ ਨੂੰ ਹੈ। ਜੀ ਸ਼ੁਕਰੀਆ ਡਾਕਟਰ ਸਾਹਿਬ, ਧੰਨਵਾਦ ਸਾਨੂੰ ਸਮਾਂ ਦੇਣ ਲਈ। ਬਹੁਤ ਮਿਹਰਬਾਨੀ, ਸ਼ੁਕਰੀਆ, ਧੰਨਵਾਦ। ਸੋ ਖਬਰਾਂ ਟੌਪ ਦੀਆਂ ਦੇ ਵਿੱਚ ਮੇਰੇ ਨਾਲ ਮੌਜੂਦ ਸਨ ਸਿਆਸੀ ਮਾਹਰ ਡਾਕਟਰ ਭੀਮਿੰਦਰ ਸਿੰਘ। ਵੱਡੀਆਂ ਖਬਰਾਂ ਤੇ ਚਰਚਾ ਕੀਤੀ ਹੈ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਲੋਕ ਰਾਣੇ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।